तो गुरबाणी विच जिस वेले आपां गुरबाणी पढ़दे हां, क्योंकि गुरबाणी बड़ा डूंगा समुंदर है। कोई भी बंदा क्लेम नहीं कर सकता कि गुरबाणी रब रूप है। जिस तरह रब का कोई थाह नहीं पाई जा सकती, इस तरह गुरबाणी की भी कोई थाह नहीं पाई जा सकती। तो विद्वाना ने अपने वाहिगुरू वालों बख्शे ज्ञान के अनुसार टीके कीते, किताबां लिखियां, उन्हां विचों आपां पढ़दे हां सारी संगत रूप, और उन्हां विचों असीं ज्ञान हासिल करने की कोशिश करदे हां। पर फिर भी क्योंकि बाणी बहुत अथाह समुंदर है, तो ये बड़िया ऐसिया गल्लां ने, जो असीं बाणी पढ़ते हैं तो नवीं तो नवीं गल्लां साडे सामने आउंदियां ने, ते मन विच कई वारी कई सवाल भी हुंदे ने भी इहनूं किवें पढ़ना है या इहनूं किस तरह पढ़ना। तो साडे कोल अज जिहड़ा पहला सवाल आपां करन लगे हां, ये सानूं बैंकाक तो सरदार SP सिंह जी ने भेजिआ, थाईलैंड तो गुरबाणी की तुख है जी, गुर प्रसाद परम पद पाया सूके काष्ट हरिया। उन्होंने का सवाल है भी ये जो लफज कक्के नूं कन्ना सस्सा टैंका, इनू सस्से नूं इंज ही बोलना है या सस्से नूं बिंदी, सस्से पैर बिंदी शशा करके बोलना। गुर प्रसाद परम पद पाया सूके काष्ट हरिया। तो ज्ञानी अमृतपाल सिंह जी आनंदपुर साहब तो उन्होंने बेनती है, क्योंकि उन्होंने कोल गुरबाणी का लंबा तजर्बा है। असी जितने भी पैनल मैंबर हाँ, उन्होंने चो सब तो सीनियर ने, उम्र विच भी ते ज्ञान विच भी। तो उन्होंने इहो ਜਿਹੇ ਜਿਹੜੇ सवाल साडे कोलों नहीं हल हुंदे, उन्होंने असी बेनती करी दी है। तो ज्ञानी जी आप जी नाल विचार साझे करनगे जी। ज्ञानी अमृतपाल सिंह। वाहिगुरू जी का खालसा जी, वाहिगुरू जी की फतेह। मेरी आवाज आ रही है जी? हाँ जी, हाँ जी, आ रही है। हाँ जी, ये जड़ा प्रश्न भेजा होया गुरमुखा ने जी, सूके काष्ट हरिया, हाँ जी, ਇਹਦੇ ਵਿੱਚ ਕੱਕੇ ਨੂੰ ਕੰਨਾ ਸੱਸਾ ਤੇ ਟੈਂਕਾ ਹੈ। जी, ਪਰ ਇਹ ਕਾਸ਼ਟ ਸ਼ਬਦ ਜਿਹੜਾ ਹੈ ਸੰਸਕ੍ਰਿਤ ਦਾ ਸ਼ਬਦ ਹੈ, ਤੇ ਇਹ ਹਿੰਦੀ ਵਿੱਚ ਔਰ ਸੰਸਕ੍ਰਿਤ ਦੇ ਵਿੱਚ ਸਾ ਨਾਲ ਨਹੀਂ ਸ਼ਾ ਨਾਲ ਲਿਖਿਆ ਜਾਂਦਾ। ਇਸ ਕਰਕੇ ਇੱਥੇ ਸੱਸੇ ਦੇ ਪੈਰ ਬਿੰਦੀ ਲਗਾ ਕਰਕੇ ਇਹਨੂੰ ਕਾਸ਼ਟ ਬੋਲਿਆ ਜਾਣਾ ਚਾਹੀਦਾ। ठीक है, ਇਸੇ ਤਰ੍ਹਾਂ ਹੋਰ ਇਹਦੇ ਨੇੜੇ ਤੇੜੇ ਦੇ ਸ਼ਬਦ ਹਨ। ਕਸ਼ਟ, ਕਾਟੇ ਕਸ਼ਟ ਪੂਰੇ ਗੁਰਦੇਵ, ठीक है, ਉੱਥੇ ਵੀ ਸੱਸੇ ਨੂੰ ਬਿੰਦੀ ਲਗਾ ਕਰਕੇ ਬੋਲਣਾ। हाँ जी, ਇਸੇ ਤਰ੍ਹਾਂ ਇੱਕ ਹੋਰ ਸ਼ਬਦ ਮੈਂ ਤੁਹਾਨੂੰ ਦੱਸਦਾ, ਕੁਸ਼ਲ, ਸਭ ਕੁਸ਼ਲ ਖੇਮ ਪ੍ਰਭ ਧਾਰੇ, ਇੱਥੇ ਵੀ ਸੱਸੇ ਨੂੰ ਬਿੰਦੀ ਲਗਾ ਕਰਕੇ ਹੀ ਬੋਲਣਾ। ठीक है, ਇਸੇ ਤਰ੍ਹਾਂ ਕੁਸ਼ਲਾਤ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੁएं ਪਰੇ, ਇੱਥੇ ਵੀ ਸੱਸੇ ਨੂੰ ਬਿੰਦੀ ਲਗਾ ਕਰਕੇ ਹੀ ਬੋਲਣਾ। ठीक है, ਤੇ ਜਿਹਦਾ ਅਰਥ ਇੱਥੇ ਅਲੱਗ-ਅਲੱਗ ਹੈਗਾ, ਤੇ ਇਹਦੇ ਬਾਰੇ ਫਿਰ ਵਿਚਾਰ ਕੀਤੀ ਜਾ ਸਕਦੀ ਹੈ। ਪਰ ਮੇਨ ਤੌਰ ਤੇ, ਮੁੱਖ ਤੌਰ ਤੇ ਜੋ ਪ੍ਰਸ਼ਨ ਸੀ ਉਹ ਕਾਸਟ ਨੂੰ ਕਿਵੇਂ ਬੋਲਣਾ ਹੈ, ਉਹਦੇ ਲਈ ਇਹੋ ਹੀ ਬੇਨਤੀ ਹੈ ਕਿ ਇਹ ਸੱਸੇ ਨੂੰ ਬਿੰਦੀ ਲਗਾ ਕਰਕੇ, ਸੰਸਕ੍ਰਿਤ ਦਾ ਸ਼ਬਦ ਹੋਣ ਦੇ ਨਾਤੇ ਇਹਦੇ ਮੂਲ ਰੂਪ ਦੇ ਵਿੱਚ ਹੀ ਇਹਦਾ ਉਚਾਰਨ ਹੋਣਾ ਹੈ, ਤਾਂ ਸ਼ੁੱਧ ਹੈ। ਇਸ ਕਰਕੇ ਕਾਸਟ ਨਹੀਂ ਕਾਸ਼ਟ ਬੋਲਿਆ ਜਾਣਾ ਚਾਹੀਦਾ। ਹਾਂਜੀ, ਗਿਆਨੀ ਜੀ ਨੇ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਦੇ ਕੇ ਦੱਸਿਆ, ਔਰ ਇੱਥੇ ਸੱਸੇ ਨੂੰ ਬਿੰਦੀ ਲਾ ਕੇ ਕਾਸ਼ਟ ਬੋਲਣਾ। तो धन्यवाद है ज्ञानी जी का। ज्ञानी जी जिस वेले सवाल आया तो ਜਿਹੜੇ ਵੀਰ ਨੇ ਸਵਾਲ ਕੀਤਾ ਉਹਨਾਂ ਨੇ ਮੈਨੂੰ ਫੋਨ ਵੀ ਕੀਤਾ, ਤੇ ਉਹ ਕਹਿਣ ਲੱਗੇ ਵੀ ਇਹਨੂੰ ਪਹਿਲੇ ਤੇ ਸੱਸੇ ਸ਼ੱਸੇ ਵਾਲੀ ਗੱਲ ਸੀ, ਦੂਜਾ ਉਹ ਉਚਾਰਨ ਪੱਖੋਂ ਕਹਿੰਦੇ ਸੀ ਵੀ ਇਹਨੂੰ ਕਾ ਵੱਖਰਾ ਤੇ ਛੱਟ ਵੱਖਰਾ, ਜਿਵੇਂ ਉਹ ਕਿਉਂਕਿ ਕਾਸਟ ਹੀ ਬੋਲ ਰਹੇ ਸੀ, ਕਹਿੰਦੇ ਕਾ ਸੱਟ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਨਹੀਂ, ਇਹ ਇੱਕੋ ਅੱਖਰ ਹੈ ਤੇ ਵਿੱਚ ਸਾਨੂੰ ਵਿਸ਼ਰਾਮ ਨਹੀਂ ਦੇਣਾ ਚਾਹੀਦਾ। ਤੇ ਇਹਦੇ ਬਾਰੇ ਆਪ ਜੀ ਕਿਰਪਾ ਕਰਕੇ ਕਲੀਅਰ ਕਰ ਦਿਓ ਵੀ ਕਾਸ਼ਟ ਹੀ ਪੜ੍ਹਨਾ ਕਿ ਕਾਸ਼ ਛੱਟ ਪੜ੍ਹਨਾ। ਇੱਕੋ ਹੀ ਅੱਖਰ ਹੈ ਜੀ ਇਹ, ਇਹਨੂੰ ਅਲੱਗ-ਅਲੱਗ ਨਹੀਂ ਕਰਨਾ। ਕਾਸ਼ਟ, ਕਾਸ਼ਟ ਦਾ ਮਤਲਬ ਵੀ ਸੁੱਕੀ ਲੱਕੜੀ ਹੁੰਦਾ। ਠੀਕ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਠੀਕ ਹੈ, ਸੱਸੇ ਪੈਰ ਬਿੰਦੀ ਲਗਾ ਕਰਕੇ ਹੀ ਬੋਲਿਆ ਜਾਣਾ ਹੈ ਔਰ ਇਕੱਠਾ ਬੋਲਿਆ ਜਾਣਾ। ਠੀਕ ਹੈ, ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀ ਕਿ ਬਈ ਲੱਗਦਾ ਤੇ ਵੀ ਇਹ ਵਿੱਚ ਕੋਈ ਸਪੇਸ ਦੇਣ ਦੀ ਲੋੜ ਨਹੀਂ, ਨਾ ਪੌਜ਼ ਦੇਣ ਦੀ, ਇੱਕੋ ਲਫ਼ਜ਼ ਹੈ। तो सस्ते पैर बिंदी वाली भी आप जी ने क्लीयर करती, ये भी करती। तो साध संगत जी ये जी तुक है ये आप रोज़ाना ही पढ़ते, तो इस करके उम्मीद है कि सारी संगत ने जो जवाब सुने। अगर किसी के मन च कोई औखला सीगा तो अज निकल जाना चाहिए, तो फिर भी किसी ने कोई गल पूछनी हो तो वैलकम।
ਤੇ ਆਓ ਜੀ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਅਗਲਾ ਕੁਐਸਚਨ ਹੈ ਗੁਰਬਾਣੀ ਦੇ ਉਚਾਰਨ ਬਾਰੇ। ਕਿਉਂਕਿ ਜਿਹੜੀ ਗੁਰਬਾਣੀ ਉਚਾਰਨ ਹੈ ਇਹਦੇ ਬਾਰੇ ਬਹੁਤ ਸਾਰੇ ਆਪਾਂ ਅੱਗੇ ਪਿੱਛੇ ਵੀ ਸਲਾਹਾਂ ਕਰਦੇ ਰਹਿੰਦੇ ਹਾਂ, ਇੱਥੇ ਇਸ ਪਲੇਟਫਾਰਮ ਤੇ ਅਸੀਂ ਡਿਸਕਸ ਕਰਦੇ ਰਹਿੰਦੇ। ਗੁਰਬਾਣੀ ਦੇ ਉਚਾਰਨ ਬਾਰੇ ਅੱਜ ਬਹੁਤ ਸਾਰੇ ਸਾਨੂੰ ਵਖਰੇਵੇਂ ਨੇ। ਕੋਈ ਕਿਸੇ ਤਰ੍ਹਾਂ ਗੁਰਬਾਣੀ ਦਾ ਅੱਖਰ ਉਚਾਰ ਰਿਹਾ, ਕੋਈ ਕਿਸੇ ਤਰ੍ਹਾਂ ਉਚਾਰ ਰਿਹਾ। ਔਰ ਦੂਜੀ ਗੱਲ ਇਹ ਹੈ ਕਿ ਚਾਹੀਦੀ ਤੇ ਇਹ ਹੈ ਕਿ ਜਿਸ ਵੇਲੇ ਕੋਈ ਸਾਨੂੰ ਕਿਤੋਂ ਵੀ ਕੋਈ ਚੀਜ਼ ਪ੍ਰਾਪਤੀ ਹੁੰਦੀ ਹੈ ਤੇ ਉਸ ਨੂੰ ਜ਼ਰੂਰ ਸੁਣੀਏ ਤੇ ਉਹਨੂੰ ਇੱਕ ਵਾਰੀ ਵਿਚਾਰ ਕੇ ਦੇਖੀਏ, ਵਰਤੋਂ ਚ ਲਿਆ ਕੇ ਦੇਖੀਏ। ਜੇ ਫੇਰ ਵੀ ਨਾ ਹੋਵੇ ਤੇ ਅਗਲੀ ਗੱਲ ਹੈ। ਪਰ ਕੁਝ ਇਹੋ ਜਿਹੇ ਸਾਡੇ ਆਪਣੇ ਕੌਮ ਦੇ ਵਿੱਚ ਹੀ ਇਹੋ ਜਿਹੇ ਹਿਸਾਬ ਕਿਤਾਬ ਪਾਲੇ ਪੈ ਗਏ ਨੇ ਕਿ ਉਹ ਦੂਜੇ ਦੀ ਗੱਲ ਸੁਣ ਕੇ ਰਾਜੀ ਨੇ। ਤਾਂ ਸਾਨੂੰ ਸਾਡੇ 'ਚ ਸਬਰ, ਸੰਤੋਖ, ਕੰਟੈਂਟਮੈਂਟ ਹੋਣੀ ਚਾਹੀਦੀ ਹੈ। ਹਰ ਇੱਕ ਦੀ ਗੱਲ ਅਸੀਂ ਸੁਣੀਏ, ਸੁਣ ਕੇ ਵਿਚਾਰੀਏ। ਜੇ ਠੀਕ ਹੋਵੇ, ਜ਼ਰੂਰੀ ਨਹੀਂ ਕਿ ਜੋ ਆਪਣਾ ਅਸੀਂ ਨੋਸ਼ਨ ਬਣਾ ਲਈ ਹੈ। ਫਾਰ ਐਗਜ਼ਾਮਪਲ, ਜੇਕਰ ਸਿੱਖ ਕ੍ਰਿਸ਼ਚਨ ਕਾਲਜ ਨੇ ਕੋਈ ਉਚਾਰਨ ਦਿੱਤਾ ਹੈ ਅੱਜ ਤੋਂ 20 ਜਾਂ 25 ਸਾਲ ਬਾਅਦ ਪਹਿਲੇ, ਅਗਰ ਅੱਜ ਉਹਦੇ 'ਚ ਕੋਈ ਨਵੀਂ ਖੋਜ ਆਈ ਹੈ, ਸਾਨੂੰ ਅਪਣਾਉਣ 'ਚ ਕੋਈ ਉਹਦੇ 'ਚ ਹਰਜ ਨਹੀਂ ਹੋਣਾ ਚਾਹੀਦਾ। ਤਾਂ ਇਸੇ ਤਰ੍ਹਾਂ ਚਾਹੀਦਾ ਤਾਂ ਸਾਰੀ ਕੌਮ ਨੂੰ ਹੈ ਕਿ ਜਿਹੜੀ ਚੀਜ਼ ਕੋਈ ਵਿਦਵਾਨ ਦੱਸਦੇ ਨੇ ਉਹਨਾਂ ਨੂੰ ਜ਼ਰੂਰ ਸੁਣੋ। ਸਿਰਫ ਇਸ ਕਰਕੇ ਨਹੀਂ ਜੀ ਮੇਰੇ ਤਾਂ ਜਥਾ ਇਹ ਕਹਿੰਦਾ ਮੈਂ ਤੇ ਇਹੀ ਕਰਨਾ, ਇਹ ਨਹੀਂ ਹੋਣਾ ਚਾਹੀਦਾ। ਇਹਦੇ 'ਚ ਸਾਨੂੰ ਖੁੱਲ੍ਹਾ ਦਿਲ ਹੋਣਾ ਚਾਹੀਦਾ। ਤਾਂ ਖੈਰ, ਅਗਲਾ ਸਵਾਲ ਵੀ ਜਿਹੜਾ ਉਹ ਉਚਾਰਨ ਬਾਰੇ ਹੈ ਤੇ ਉਹ ਮੈਂ MP ਸਿੰਘ ਜੀ ਨੂੰ ਬੇਨਤੀ ਕਰ ਰਿਹਾ ਕਿ ਉਹਦਾ ਉਹਨਾਂ ਨੇ ਉੱਤਰ ਦੇਣਾ ਹੈ। ਸੱਸਾ ਤੇ ਹਾਹਾ, ਇਹਨੂੰ ਸੱਸੇ ਪੈਰ ਬਿੰਦੀ, ਹਾਹੇ ਨੂੰ ਸਾਰੀ ਸ਼ਹਿ ਬੋਲਣਾ, ਸੱਸੇ ਪੈਰ ਬਿੰਦੀ ਕੰਨਾਂ ਲਾ ਕੇ ਸ਼ਾਹ ਬੋਲਣਾ, ਜਾਂ ਸੱਸੇ ਪੈਰ ਬਿੰਦੀ ਹਾਹਾ ਮੁਕਤਾ। ਇਹਨੂੰ ਬੋਲਣਾ ਕਿਸ ਤਰ੍ਹਾਂ? ਸੱਸਾ ਹਾਹਾ ਗੁਰਬਾਣੀ ਦੇ ਵਿੱਚ ਇਹ ਸਾਨੂੰ ਸਵਾਲ ਆਇਆ ਜੀ ਡਾਕਟਰ ਜਸਵੰਤ ਸਿੰਘ ਜੀ ਵੱਲੋਂ, ਤੇ ਇਹਨੂੰ ਕਿਸ ਤਰ੍ਹਾਂ ਆਪਾਂ ਉਚਾਰਨ ਕਰਨਾ ਹੈ? MP ਸਿੰਘ ਦੀ ਬੇਨਤੀ ਹੈ ਵੀ ਕਿਰਪਾ ਕਰਕੇ ਇਹ ਤੇ ਚਾਨਣਾ ਪਾਉਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੋ ਲਫ਼ਜ਼ ਹੈ ਇਹ ਵੀ ਜਿੱਥੋਂ ਮੂਲ ਰੂਪ ਦੇ ਬੋਲੀ ਚੋਂ ਆਇਆ ਹੈ, ਉੱਥੇ ਵੀ ਇਹਦਾ ਜੋ ਅਸਲ ਸਰੂਪ ਹੈ ਉਹ ਸ਼ ਨਾਲ ਹੀ ਹੈ, ਸੱਸੇ ਪੈਰ ਬਿੰਦੀ ਲਗਾ ਕੇ ਜੀ। ਪਰ ਉੱਥੇ ਨਾਲ ਇੱਕ ਹੋਰ ਨਿਯਮ ਵੀ ਹੈ ਕਿ ਜਦੋਂ ਕਿਸੇ ਲਫ਼ਜ਼ ਦਾ ਆਖਰੀ ਅੱਖਰ ਹਾਹਾ ਮੁਕਤਾ ਹੁੰਦਾ ਹੈ ਤਾਂ ਉਸ ਤੋਂ ਪਹਿਲੇ ਅੱਖਰ ਦੇ ਨਾਲ ਜੇ ਮਾਤਰਾ ਨਹੀਂ ਵੀ ਲੱਗੀ ਹੋਈ ਤਾਂ ਕੰਨੇ ਦੀ ਮਾਤਰਾ ਲੱਗ ਕੇ ਉਹਦਾ ਉਚਾਰਨ ਹੁੰਦਾ ਹੈ। ਜਿਹਦੀਆਂ ਹੋਰ ਵੀ ਕਈ ਮਿਸਾਲਾਂ ਹਨ, ਜਿਵੇਂ ਗੁਨਾਹ, ਗੱਗੇ ਨੂੰ ਔਂਕੜ ਨੰਨਾ ਹਾਹਾ, ਉਹ ਗੁਨਾਹ ਪੜਿਆ ਜਾਏਗਾ, ਗੁਨਾਹ ਨਹੀਂ ਹੋਏਗਾ। ਇਸੇ ਤਰ੍ਹਾਂ ਹੀ ਲਫ਼ਜ਼ ਦਰਗਾਹ, ਦੱਦਾ ਰਾਰਾ ਗੱਗਾ ਹਾਹਾ, ਉਹਨੂੰ ਦਰਗਾਹ ਕਈ ਵਾਰੀ ਆਮ ਬਹੁਤ ਲੋਕ ਪੜ੍ਹਦੇ ਹਨ, ਪਰ ਅਸਲ ਲਫ਼ਜ਼ ਦਰਗਾਹ ਹੈ, ਤਾਂ ਗੱਗੇ ਨੂੰ ਕੰਨਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਲਫ਼ਜ਼ ਹੈ ਐੜਾ ਲੱਲਾ ਹਾਹਾ ਅੱਲਾ, तो अल्लाह कोई मीनिंग नहीं रखता, ਉਹਨੂੰ ਵੀ ਅੱਲਾਹ ਪੜਿਆ ਜਾਏਗਾ ਲੱਲੇ ਨੂੰ ਕੰਨਾ ਲਗਾ ਕੇ। ਉਸੇ ਹੀ ਨਿਯਮ ਦੇ ਅਨੁਸਾਰ ਇੱਥੇ ਵੀ ਜੋ ਸੱਸਾ ਹਾਹਾ ਹੈ, ਸੱਸੇ ਨੂੰ ਕੰਨਾ ਲੱਗ ਕੇ ਤੇ ਪੈਰੀ ਬਿੰਦੀ ਲੱਗ ਕੇ ਲਫ਼ਜ਼ ਸ਼ਾਹ ਬਣ ਜਾਏਗਾ। ਸ਼ਾਹ ਦਾ ਆਖਰੀ ਅਰਥ ਹੈ ਮਾਲਕ। ਉਹ ਸਹਿ ਲਫ਼ਜ਼ ਮਾਲਕ ਦੇ ਅਰਥਾਂ ਵਿੱਚ ਆਇਆ ਹੈ। ਸੱਸੇ ਪੈਰ ਬਿੰਦੀ ਔਰ ਨਾਲ ਕੰਨਾ ਲੱਗ ਕੇ ਉਚਾਰਨ ਸ਼ਾਹ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो MP ਸਿੰਘ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ ਹੈ। ਜਿਹੜੇ ਔਰ ਪਿੱਛੇ ਗਿਆਨੀ ਅਮਰਪਾਲ ਸਿੰਘ ਜੀ ਨੇ ਦੱਸਿਆ ਸੀ ਵੀ ਜਿਹੜੇ ਅੱਖਰ ਸਾਡੇ ਦੂਜੀਆਂ ਬੋਲੀਆਂ 'ਚ ਆਉਂਦੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਅਸੀਂ ਲੈਂਦੇ ਹਾਂ, ਤੇ ਇਸ ਬਾਰੇ ਗਿਆਨੀ ਅਮਰਪਾਲ ਸਿੰਘ ਜੀ ਥੋੜਾ ਹੋਰ ਕਲੈਰੀਫਾਈ ਕਰਨਗੇ ਜੀ। ਸੱਸਾ ਤੇ ਹਾਹਾ ਜਿਹੜਾ ਹੈ ਨਾ ਜੀ, ਇਹ ਕੇਵਲ ਇੱਕ ਰੂਪ ਵਿੱਚ ਨਹੀਂ ਆਇਆ, ਇਹ ਵੱਖਰੇ ਵੱਖਰੇ ਅਰਥਾਂ ਦੇ ਵਿੱਚ ਆਇਆ ਜੀ। ਜਿਸ ਤਰ੍ਹਾਂ ਸੱਸਾ ਹਾਹਾ ਹੈ, ਹਾਂਜੀ, ਉੱਥੇ ਸ਼ਹਿ ਸ਼ਬਦ ਬੋਲਿਆ ਜਾਣਾ ਜਿਹਦਾ ਅਰਥ ਮਾਲਕ ਹੀ ਹੈ। ਸ਼ਹਿ ਟਿਕਾ ਦਿੱਤੋ ਸਜੀਵਨ ਹੈ, ਉੱਥੇ ਹੀ ਮਾਲਕ ਅਰਥ ਹੈਗਾ, ਪਰ ਉੱਥੇ ਸ਼ਹਿ ਬੋਲਿਆ ਜਾਣਾ, ਸ਼ਾਹ ਨਹੀਂ ਬੋਲਿਆ ਜਾਣਾ। ਅੱਛਾ, ਇਸੇ ਤਰ੍ਹਾਂ ਸੱਸਾ ਤੇ ਹਾਹਾ ਤੋਂ ਕਹਿ ਗਈ ਹੈ ਨਾਨਕ ਸਹਿ ਪਕੜੀ। ਜੇ ਇਹਨੂੰ ਇਸੇ ਤਰ੍ਹਾਂ ਪੜ੍ਹੀਏ ਤਾਂ ਸਹਿ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ। ਇੱਥੇ ਇਸ ਤਰ੍ਹਾਂ ਨਹੀਂ ਉਚਾਰਨ ਹੋਣਾ, ਇਸ ਤੇ ਹੋਣਾ ਹੈ ਨਾਨਕ ਸ਼ਹਿ ਪਕੜੀ ਸੰਤਨ ਕੀ, ਨਾਨਕ ਸ਼ਹਿ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ। ਇੱਥੇ ਸ਼ਹਿ ਦਾ ਅਰਥ ਟੇਕ ਹੈ। ਇਸੇ ਤਰ੍ਹਾਂ ਜਿੱਥੇ ਹੋਰ ਮਾਲਕ ਦਾ ਸ਼ਬਦ ਹੈ ਸ਼ੌ ਮੇਰਾ ਏਕ ਦੂਜਾ ਨਹੀਂ ਕੋਈ, ਸੱਸਾ ਹਾਹੇ ਨੂੰ ਔਂਕੜ ਹੈ, ਉੱਥੇ ਸ਼ੌ ਦਾ ਅਰਥ ਵੀ ਮਾਲਕ ਹੀ ਹੈ, ਪਰ ਉਹਨੂੰ ਇਸ ਤਰੀਕੇ ਦੇ ਨਾਲ ਬੋਲਿਆ ਜਾਣਾ ਸੱਸਾ ਹਾਹੇ ਨੂੰ ਔਂਕੜ
शौ मेरा एक दूजा नहीं कोई। फिर ससा हाहा, शह की सार सुहागन जाने पढ़िया ठीक है। इसी तरह ससा ते हाहा, बहुत भेख किया देही दुख दिया। इत्थे होना सौ वे जिया अपना किया, इत्थे शौ नहीं होना, ना इत्थे शह होना। इन्हां गल्लां दा सानू तुकां दे मुताबक अर्थ करन दे लई जरूर ध्यान रखिया जाना चाहिदा है। ते तुक ने दसना है कि ਇਹਦਾ ਉਚਾਰਨ ਕਿਵੇਂ ਕਰਨਾ ਹੈ, ਇਹ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ। ਧੰਨਵਾਦ। ਠੀਕ, ਗਿਆਨੀ ਜੀ ਨੇ ਠੀਕ ਦੱਸਿਆ। ਔਰ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਵੀ ਜਿਸ ਵੇਲੇ ਤੁਸੀਂ ਕਿਸੇ ਅੱਖਰ ਦੀ ਉਚਾਰਨ ਬਾਰੇ ਪੁੱਛਣਾ ਹੈ, ਕਿਰਪਾ ਕਰਕੇ ਉਸ ਸ਼ਬਦ ਦਾ ਹਵਾਲਾ ਜਾਂ ਘੱਟੋ ਘੱਟ ਕੰਪਲੀਟ ਤੁਕ ਜਿਹੜੀ ਹੈ ਉਹ ਤੁਕ ਲਿਖੀ ਜਾਣੀ ਚਾਹੀਦੀ। ਕਿਉਂਕਿ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਕਿਸ ਕੰਟੈਕਸਟ ਵਿੱਚ ਉਹ ਅੱਖਰ ਆਇਆ, ਉਹਦੇ ਅਰਥ ਜਿਹੜੇ ਨੇ ਉਹਦੇ ਮੁਤਾਬਕ ਹੋਣਗੇ। ਤੋ MP ਸਿੰਘ ਜੀ ਨੇ ਬਿਲਕੁਲ ਦਰੁਸਤ ਦੱਸਿਆ ਵੀ ਸੱਸਾ ਹਾਹਾ ਬਹੁਤੀ ਵਾਰੀ ਸ਼ਾਹ ਦੀ ਥਾਂ ਤੇ ਆਉਂਦਾ ਪਰਮਾਤਮਾ ਲਈ, ਉਹਨੂੰ ਆਪਾਂ ਸ਼ਾਹ ਬੋਲਣਾ। ਪਰ ਜੇਕਰ ਇਹੀ ਅੱਖਰ ਜਿਹੜਾ ਕਿਸੇ ਹੋਰ ਅਰਥਾਂ ਦੇ ਵਿੱਚ ਆਉਂਦਾ ਹੈ, ਤੇ ਜਿਵੇਂ ਕਈ ਵਾਰੀ ਆਪਾਂ ਸਾਹ ਲੈਂਦੇ ਹਾਂ, ਉਹਦੇ ਬਾਰੇ ਵੀ ਅੱਖਰ ਸੇਮ ਹੀ ਨੇ। ਸੱਸੇ ਨੂੰ ਕਰਨਾ ਹਾਹਾ, ਉਹਨੂੰ ਸਾਹ ਪੜਨਾ ਕਿ ਸ਼ਾਹ, ਕਿਉਂਕਿ ਜੇ ਤੇ ਸਾਡਾ ਮਤਲਬ ਹੈ ਵੀ ਸਵਾਸ ਬਾਰੇ ਗੱਲ ਹੈ। ਸੋ ਉਚਾਰਨ ਜਿਹੜਾ ਹੈ ਉਹ ਸ਼ਬਦ ਦੇ ਕੰਟੈਕਸਟ ਦੇ ਮੁਤਾਬਕ ਹੀ ਉਹਦਾ ਉਚਾਰਨ ਹੁੰਦਾ ਹੈ ਔਰ ਉਹਦੇ ਅਰਥ ਵੀ ਬਣਦੇ ਨੇ। ਇਸ ਲਈ ਸੰਗਤ ਨੂੰ ਮੈਂ ਦੁਬਾਰਾ ਬੇਨਤੀ ਕਰ ਰਿਹਾ ਕਿ ਜਦ ਵੀ ਕੋਈ ਅੱਖਰ ਤੁਸੀਂ ਪੁੱਛਣਾ ਹੋਵੇ ਤੇ ਕਿਰਪਾ ਕਰਕੇ ਪੂਰੀ ਤੁਕ ਜਾਂ ਉਸ ਸ਼ਬਦ ਦਾ ਰੈਫਰੈਂਸ ਜਾਂ ਪੰਨਾ ਨੰਬਰ ਜ਼ਰੂਰ ਦੇਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ ਗਿਆਨੀ ਜੀ ਆਪ ਜੀ ਦਾ ਵੀ ਔਰ MP ਸਿੰਘ ਜੀ ਦਾ ਵੀ। ਤੋ ਅਗਲਾ ਸਵਾਲ ਜਿਹੜਾ ਹੈ ਉਹ ਸਾਹ ਅਵਤਾਰ ਸਿੰਘ ਜੀ ਨੇ ਭੇਜਿਆ ਹੈ। ਤੇ ਸਾਹ ਅਵਤਾਰ ਸਿੰਘ ਜੀ ਸਾਨੂੰ ਕਾਫੀ ਔਖੇ ਸਵਾਲ ਭੇਜਦੇ ਨੇ, ਪਰ ਚਲੋ ਕੋਈ ਗੱਲ ਨਹੀਂ, ਸਾਡੇ ਮਾਸਟਰ ਨੇ, ਮੈਂ ਕਿ ਬੇਨਤੀ ਕੀਤੀ ਸੀ, ਉਹ ਸਾਡਾ ਹੀ ਪਰਖ ਵੀ ਕਰਦੇ ਨੇ। ਜ਼ਰੂਰੀ ਗੱਲ ਹੈ, ਸਾਨੂੰ ਤਿਆਰੀ ਕਰਨ ਦੀ ਮੌਕਾ ਮਿਲਦਾ ਹੈ। ਤੋ ਸਾਹਿਬ ਸਿੰਘ ਜੀ ਪਹਿਲੇ ਉਹਨਾਂ ਦਾ ਸਵਾਲ ਸੁਣ ਲਈਏ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਾਮ ਦੀ ਦਾਤ ਨੂੰ ਸਭ ਤੋਂ ਉੱਤਮ ਦਾਤ ਮੰਨਿਆ ਗਿਆ ਹੈ ਅਤੇ ਇਸ ਨੂੰ ਉੱਤਮ ਦਾਨ ਵੀ ਕਿਹਾ ਗਿਆ ਹੈ। ਮੈਂ ਰਿਪੀਟ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਨਾਮ ਦੀ ਦਾਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ, ਇਹਨੂੰ ਉੱਤਮ ਦਾਨ ਵੀ ਕਿਹਾ ਨਾਮ ਨੂੰ। ਤੇ ਅਰਦਾਸ ਰਾਹੀਂ ਅਸੀਂ ਦਾਨਾ ਸਿਰ ਦਾਨ ਜਾਣ ਕੇ ਇਸ ਦੀ ਯਾਚਨਾ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਵੱਲੋਂ ਨਾਮ ਜਪਣ ਲਈ ਦ੍ਰਿੜ ਕਰਵਾਇਆ ਹੈ। ਤੋ ਇਸ ਵਿਸ਼ੇ ਤੇ ਚਾਨਣਾ ਪਾਉਣ ਦੀ ਕਿਰਪਾਲਤਾ ਕਰਨੀ ਜੀ। ਮੈਂ ਬੇਨਤੀ ਕਰ ਰਿਹਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਇਹਦੇ ਬਾਰੇ ਉਹ ਆਪਣੇ ਵਿਚਾਰ ਸਾਂਝੇ ਕਰਨ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਨਾਮ ਦਾਨ ਤੇ ਇਸ਼ਨਾਨ ਬਾਰੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਤਿੰਨੇ ਸ਼ਬਦਾਂ ਦੇ ਵੱਖ-ਵੱਖ ਨਾਮਾਂ ਥੱਲੇ ਅਨੇਕਾਂ ਪ੍ਰਮਾਣ ਦੇ ਕੇ ਕੱਲੇ ਸ਼ਬਦ ਦੀ ਵੀ ਵਿਆਖਿਆ ਕੀਤੀ ਹੈ। ਨਾਮ ਕੀ ਹੈ, ਦਾਨ ਕੀ ਹੈ ਤੇ ਇਸ਼ਨਾਨ ਕੀ ਹੈ। ਉਹ ਵੱਖਰੇ ਪੰਨੇ ਤੇ ਗੁਰਮਤਿ ਮਾਰਤੰਡ ਭਾਗ ਦੂਜੇ ਦੇ ਵਿੱਚ ਅਨੇਕਾਂ ਪ੍ਰਮਾਣ ਦਿੱਤੇ ਨੇ। ਤੇ ਜਿਹੜਾ ਇਕੱਠਾ ਹੀ ਸ਼ਬਦ ਵਾਰ-ਵਾਰ ਆਇਆ, ਉਹ ਇੱਕ ਵਾਰ ਨਹੀਂ ਬਲਕਿ ਕਈ ਵਾਰ ਆਇਆ ਹੈ। ਸੋ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਭਾਗ ਦੂਜਾ ਪੰਨਾ 636 ਉੱਤੇ ਲਿਖਦੇ ਹਨ ਕਿ ਨਾਮ ਹਰ ਸਮੇਂ ਵਾਹਿਗੁਰੂ ਜੀ ਨੂੰ ਯਾਦ ਰੱਖਣਾ, ਔਰ ਦੂਜੇ ਨੰਬਰ ਤੇ ਦਾਨ ਆਪਣੇ ਆਪ ਨੂੰ ਵਿਦਿਆ, ਬਲ, ਹੁਨਰ ਆਦਿ ਵਿੱਚ ਨਿਪੁੰਨਤਾ ਹਾਸਲ ਕਰਨੀ ਤੇ ਸਵੈ ਨਿਰਭਰ ਹੋ ਕੇ ਦੂਜਿਆਂ ਦੀ ਸਹਾਇਤਾ ਕਰਨੀ। ਇਹ ਦਾਨ ਦੇ ਲਫ਼ਜ਼ਾਂ ਵਿੱਚ ਉਹਨਾਂ ਨੇ ਅਰਥ ਲਿਖੇ ਨੇ। ਇਸ਼ਨਾਨ ਮਨ, ਤਨ, ਲਿਵਾਸ, ਰਿਹਾਇਸ਼ ਤੇ ਕਿਰਦਾਰ ਉੱਚਾ ਸੁੱਚਾ ਰੱਖਣਾ, ਤਾਂ ਕਿ ਆਤਮਾ ਤੇ ਸਰੀਰ ਹਰ ਸਮੇਂ ਅਰੋਗ ਤੇ ਚੜ੍ਹਦੀ ਕਲਾ ਵਿੱਚ ਰਹਿਣ। ਇਹ ਤਿੰਨ ਸਿਧਾਂਤ ਸਿੱਖੀ ਦੇ ਬੁਨਿਆਦੀ ਸਿਧਾਂਤ ਹਨ। ਭਾਈ ਸਾਹਿਬ ਜੀ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ। ਵੈਸੇ ਵੀ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਬਕਾਇਦਾ ਡੇਟ ਵੀ ਦਿੱਤੀ ਹੈ ਤੇ ਦਿਨ ਵੀ ਦੱਸਿਆ, ਸਥਾਨ ਵੀ ਦੱਸਿਆ, ਜਦੋਂ ਉਹਨਾਂ ਨੇ ਕੁਝ ਸਵਾਲ ਕੀਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਤੇ ਗੁਰੂ ਪਾਤਸ਼ਾਹ ਨੇ ਉਹਦੇ ਉੱਤਰ ਦਿੱਤੇ ਨੇ। ਉਹ ਰਹਿਤਨਾਮੇ ਦੀਆਂ ਤੁਕਾਂ ਆਪ ਜੀ ਨੇ ਵੀ ਕਈ ਵਾਰ ਸੁਣੀਆਂ ਹੋਣਗੀਆਂ। ਪਹਿਲਾਂ ਮੈਂ ਡੇਟ ਵਾਲੀ ਇਹ ਸ਼ਬਦਾਵਲੀ ਬੋਲ ਲਵਾਂ। ਸੰਮਤ 17 ਸਹਿਸ 1752 ਦੀ ਘਟਨਾ। ਮਗਰ ਸੁਦੀ ਨਾਮੀ ਸੁਖਦਾਵਨ, ਸੁਰਗੁਰੂ ਵਾਰ ਸਤਦਰੂ ਤੀਰ, ਬਚਨ ਕਹਿ ਗੁਰ ਨੰਦ ਸੋ ਵੀਰ।
ਸਤਿੰਦਰੂ ਤੀਰ ਕਹਿੰਦੇ ਨੇ ਸਤਲੁਜ ਦਰਿਆ ਨੂੰ, ਤੇ ਮਗਰ ਸੁਦੀ ਨਾਮੀ ਸੁਖਦਾਵਨ। ਇਹਦੇ ਅਰਥ ਜਿਹੜੇ ਕੀਤੇ ਨੇ ਵਿਦਵਾਨਾਂ ਨੇ ਵੀ 5 ਦਸੰਬਰ ਦਿਨ ਵੀਰਵਾਰ ਸੰਨ 1695 ਈਸਵੀ ਨੂੰ ਦਸ਼ਮੇਸ਼ ਪਿਤਾ ਜੀ ਦੇ ਮੇਰੇ ਨਾਲ ਵਿਚਾਰ ਹੋਏ ਤੇ ਗੁਰੂ ਪਾਤਸ਼ਾਹ ਨੇ ਬਚਨ ਕਰਦੇ ਹੋਏ ਮੇਰੇ ਲਈ ਇਹ ਹੁਕਮ ਕੀਤਾ। ਤੇ ਪ੍ਰਸ਼ਨ ਭਾਈ ਸਾਹਿਬ ਕਹਿੰਦੇ, ਪ੍ਰਸ਼ਨ ਕੀਆ ਆਨੰਦ ਲਾਲ ਜੀ, ਗੁਰੂ ਬਤਾਈਏ ਮੋਹੇ, ਕੌਣ ਕਰਮੀ ਯੋਗ ਹੈ, ਕੌਣ ਕਰਮ ਨਹੀਂ ਸੋਹੇ। ਤੇ ਸੱਚੇ ਪਾਤਸ਼ਾਹ ਸਾਨੂੰ ਦੱਸ ਦਿਓ, ਸਿੱਖਾਂ ਨੇ ਕਿਹੜੇ ਕਰਮ ਕਰਨੇ ਨੇ ਤੇ ਕਿਹੜੇ ਕਰਮ ਨਹੀਂ ਕਰਨੇ। ਤੇ ਗੁਰੂ ਪਾਤਸ਼ਾਹ ਦਾ ਉੱਤਰ ਸੀ, ਬਚਨ ਸੁਣੋ ਤੁਮ ਆਨੰਦ ਲਾਲ, ਸਿੱਖ ਕਰਮ ਹੈ ਇਹ, ਨਾਮ ਦਾਨ ਇਸ਼ਨਾਨ ਬਿਨ ਕਰੇ ਨਾ ਅਨਸਿਉਨੇ। ਇਹ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਨੇ ਇਹ ਘਟਨਾ ਦਿੱਤੀ ਹੈ। ਤੇ ਜਦੋਂ ਭਾਈ ਗੁਰਦਾਸ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਤਾਂ ਉਹਨਾਂ ਦੀ ਵਾਰ ਨੰਬਰ 1 ਪੌੜੀ ਨੰਬਰ 22 ਤੇ 23 ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਸਮੇਂ ਦੀ ਗੱਲ ਕਰਦਿਆਂ ਹੋਇਆਂ ਭਾਈ ਸਾਹਿਬ ਨੇ ਇੱਕ ਗੱਲ ਲਿਖੀ ਕਿ ਬਾਝੋਂ ਗੁਰੂ ਅੰਧਾਰ ਹੈ, ਕਹਿ ਕਹਿ ਮਰਦੇ ਬੋਹ ਵਿਦ ਲੋਹਾ, ਵਰਤਿਆ ਪਾਪ ਜਗਤਰਤ ਹੈ। ਧੌਲ, ਧੌਲ ਮੈਨੇ ਧਰਮ ਰੂਪੀ ਧੌਲ, ਧਰਮ ਰੂਪੀ ਬਲਦ, ਧੌਲ ਉਡੀਨਾ ਨਿਸ ਦਿਨ ਰੋਆ, ਖੜਾ ਇਕੱਤੇ ਪੈਰ ਤੇ, ਪਾਪ ਸੰਗ ਬੋ ਭਾਰਾ ਹੁਆ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਧਰਮ ਧੌਲ ਪੁਕਾਰੇ ਤਲੇ ਖੜੋਆ। ਤੇ ਭਾਈ ਸਾਹਿਬ ਜੀ ਨੇ ਇੱਥੇ ਗੱਲ ਕਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਧਰਮ ਪੰਖ ਕਰ ਉੱਡਰਿਆ ਵਾਲੀ ਗੱਲ ਬੀਤ ਚੁੱਕੀ ਸੀ। ਤੇ ਖੜਾ ਇਕੱਤੇ ਪੈਰ ਤੇ, ਉਹਨਾਂ ਨੇ 4 ਪੈਰ ਧਰਮ ਦੇ ਨਿਯਤ ਕੀਤੇ ਨੇ, 4 ਚਰਨ। ਅਗਲੀ ਤੁਕ ਵਿੱਚ ਵੀ ਉਹਨਾਂ ਨੇ ਕਿਹਾ, ਜਦੋਂ ਗੁਰੂ ਨਾਨਕ ਪਾਤਸ਼ਾਹ ਆ ਗਏ ਫਿਰ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਵਿਰਤ ਸਿੱਖਾਂ ਪਿਲਾਇਆ। ਫਿਰ ਕਹਿੰਦੇ 4 ਪੈਰ ਧਰਮ ਦੇ, 4 ਵਰਨ ਇੱਕ ਵਰਨ ਕਰਾਇਆ। ਫਿਰ ਧਰਮ ਦੇ 4 ਪੈਰ ਜਿਹੜੇ ਸੀ ਉਹ ਕਾਇਮ ਹੋ ਗਏ। ਤੇ ਜਿਵੇਂ 4 ਵਰਨ ਇੱਕ ਕੀਤੇ ਸੀ, ਧਰਮ ਦਾ ਵੀ ਬੋਲਬਾਲਾ ਉਹ 4 ਚਰਨ ਦੇ ਮੁਤਾਬਕ 4 ਧਰਮ ਦੇ ਚਰਨ ਸੰਪੂਰਨ ਹੋਣੇ ਚਾਹੀਦੇ ਸੀ। ਤੇ 4 ਪੈਰ ਕਿਹੜੇ ਨੇ ਧਰਮ ਦੇ? ਇਹਦੇ ਵਿੱਚ ਨਾਮ, ਦਾਨ ਤੇ ਇਸ਼ਨਾਨ ਔਰ ਗਿਆਨ, ਇਹ 4 ਪੈਰ ਧਰਮ ਦੇ ਵਿਦਵਾਨਾਂ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਜ਼ਿਕਰ ਕੀਤਾ ਹੈ। ਸੋ ਨਾਮ ਜ਼ਿੰਦਗੀ ਦਾ ਮੁੱਖ ਮਕਸਦ ਹੈ। ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੂਜੇ ਪਾਸੇ ਦਾਨ ਸ਼ਬਦ ਭਾਵੇਂ ਗੁਰਮਤਿ ਵਿੱਚ ਪ੍ਰਵਾਨ ਨਹੀਂ, ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਦਾਨ ਦੇ ਪਿੱਛੇ 2 ਕਿਸਮ ਦੀ ਔਗਣ ਸਾਡੇ ਮਨ ਦੇ ਵਿੱਚ ਆ ਜਾਂਦੇ ਨੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਸਤਿਆਂ ਮਨ ਸੰਤੋਖ ਉਪਜੈ, ਦੇਣੇ ਕੇ ਵਿਚਾਰ। ਪਰ ਇਹਦੇ ਪਿੱਛੇ ਭਾਵਨਾ ਕੀ ਹੁੰਦੀ ਹੈ? ਦੇ ਦੇ ਮੰਗੇ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਵੀ ਜਦੋਂ ਮੈਂ ਕਿਸੇ ਨੂੰ ਦਾਨ ਦੇਵਾਂਗਾ, ਇੱਕ ਤਾਂ ਮੈਨੂੰ ਉਹ 10 ਗੁਣਾ ਜ਼ਿਆਦੇ ਜਾਂ 1000 ਗੁਣਾ ਜ਼ਿਆਦੇ ਮਿਲੇਗਾ, ਦੂਜੇ ਮੇਰੀ ਸ਼ੋਭਾ ਵੀ ਸੰਸਾਰ ਦੇ ਵਿੱਚ ਹੋਵੇਗੀ। ਤੇ ਦਾਨ ਦਾ ਦੂਜਾ ਨੁਕਸਾਨ ਜਿਹੜਾ ਹੈ, ਵੀ ਦਾਨ ਦੇਣ ਵਾਲੇ ਦੇ ਮਨ ਦੇ ਵਿੱਚ ਇਹ ਹੰਕਾਰ ਪੈਦਾ ਕਰਦਾ ਹੈ ਕਿ ਮੈਂ ਦਾਤਾ ਹਾਂ, ਇਹ ਮੁਹਤਾਜ ਹੈ ਮੇਰਾ। ਤੇ ਲੈਣ ਵਾਲੇ ਦੇ ਮਨ ਦੇ ਵਿੱਚ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਲਈ ਗੁਰਬਾਣੀ ਦੇ ਵਿੱਚ ਦਾਨ ਸ਼ਬਦ ਦੀ ਜਿਹੜੀ ਪੁਰਾਤਨ ਪਰੰਪਰਾ ਚਲੀ ਆ ਰਹੀ ਸੀ, ਉਹ ਰਿਜੈਕਟ ਕਰ ਦਿੱਤੀ ਗਈ। ਜਿਵੇਂ ਅਸੀਂ ਸਤਿਗੁਰੂ ਦੇ ਪਾਵਨ ਬਚਨ ਪੜ੍ਹਦੇ ਹਾਂ, ਕਨਕ ਕਾਮਣੀ ਐਵਰ ਗੈਵਰ ਬਹੁ ਵਿਧ ਦਾਨ ਦਾ ਤਾਰਾ, ਅੰਨ ਵਸਤਰ ਭੂਮ ਅਰਪੇ ਨਾ ਮਿਲੀਏ ਹਰ ਦੁਆਰਾ। ਵੀ ਹਰ ਕਿਸਮ ਦਾ ਦਾਨ ਦਿੱਤਾ ਹੋਇਆ, ਜੇ ਉਹਦੇ ਨਾਲ ਮਨ ਦੇ ਵਿੱਚ ਭਾਵਨਾ ਹੰਕਾਰ ਵਾਲੀ ਪੈਦਾ ਹੁੰਦੀ ਹੈ ਤੇ ਉਹ ਸਾਰੀਆਂ ਹੀ ਚੀਜ਼ਾਂ ਕੀਤੀਆਂ ਹੋਈਆਂ ਦਾਨ ਕਿਸੇ ਕੰਮ ਨਹੀਂ ਤੇਰੀਆਂ ਰਹਿੰਦੀਆਂ। ਫਿਰ ਹੁਣ ਦਾਨ ਦਾ ਮਤਲਬ ਕੀ ਹੈ? ਦਾਨ ਦਾ ਮਤਲਬ ਜਿਹੜਾ ਹੈ ਉਹ ਸਾਡੇ ਵਾਸਤੇ 10ਵਾਂ ਹਿੱਸਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਨਿਯਤ ਕਰ ਦਿੱਤਾ ਸੀ। ਪਰ 5ਵੇਂ ਪਾਤਸ਼ਾਹ ਨੇ ਜਾ ਕੇ ਦਸਵੰਧ ਦੀ ਮਰਜ਼ਾਦਾ ਪੱਕੇ ਤੌਰ ਤੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਵੀ ਸਿੱਖਾ, ਤੈਂ ਆਪਣੀ ਕਮਾਈ ਦਾ 10ਵਾਂ ਹਿੱਸਾ 90 ਰੁਪਏ ਆਪ ਰੱਖਣੇ ਨੇ 100 ਚੋਂ, ਤੇ 10 ਰੁਪਏ ਗੁਰੂ ਨਾਨਕ ਪਾਤਸ਼ਾਹ ਦੇ, ਉਹ ਤੇਰੇ ਨਹੀਂ, ਫਿਰ ਉਹ ਦਸਵੰਧ ਕੱਢਣਾ ਹੈ। ਇਸ ਲਈ ਉਸ ਦਸਵੰਧ ਨੂੰ ਜ਼ਰੂਰੀ ਕਰਾਰ ਦਿੱਤਾ ਹੈ। 5ਵੇਂ ਪਾਤਸ਼ਾਹ ਤੋਂ ਲੈ ਕੇ ਉਹਦੇ ਬਾਅਦ ਸਿੱਖਾਂ ਨੇ ਹਮੇਸ਼ਾ ਦਸਵੰਧ ਕੱਢਿਆ। 10ਵੇਂ ਪਾਤਸ਼ਾਹ ਨੇ ਤਾਂ ਹੁਕਮ ਹੀ ਜਾਰੀ ਕਰ ਦਿੱਤਾ ਸੀ
ਦਸਵੰਧ ਗੁਰੂ ਨਾ ਦੇਵੀ ਰਹਿਤਨਾਮਿਆਂ ਵਿੱਚੋਂ ਭਾਈ ਨੰਦ ਲਾਲ ਜੀ ਦੇ ਹੀ ਬਚਨ ਹਨ। ਦਸਵੰਧ ਗੁਰੂ ਨਾ ਦੇਵੀ ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਟਾਂਕਾ ਕਛ ਨਾ ਵਿਸਾਰ। ਇਹ ਕਿਵੇਂ ਕੱਢਣਾ ਹੈ? ਇਹ ਵੀ ਸੇਧ ਦਿੱਤੀ ਰਹਿਤਨਾਮਿਆਂ ਵਿੱਚ ਕਿ ਗੋਲਕ ਰੱਖੈ ਨਾਹਿ ਜੋ, ਛਲਕਾ ਕਰੈ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਇਸ ਲਈ ਜਿੱਥੇ ਮਾਇਆ ਦਾ ਦਸਵੰਧ ਕੱਢਣਾ ਹੈ, ਉੱਥੇ ਦੂਜੀ ਡਿਊਟੀ ਜਿਹੜੀ ਦਾਨ ਦੀ ਹੈ, ਉਹ ਕੀ ਹੈ? ਦਾਨ ਬਾਣੀ ਵਿੱਚ ਮਿਲਦਾ ਹੈ, ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ, ਸਭਨਾਂ ਨੂੰ ਕਰਦਾਨ। ਸੋ ਜਿਹੜੀ ਗੱਲ ਗੁਰੂ ਰਾਮਦਾਸ ਜੀ ਮਹਾਰਾਜ ਨੇ ਹਰ ਸਿੱਖ ਦੀ ਲਾਈ ਹੈ ਕਿ ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਗੁਰਮਤ ਨੂੰ ਆਪ ਸਮਝਣਾ, ਆਪ ਗਿਆਨ ਹਾਸਲ ਕਰਨਾ ਤੇ ਦੂਜਿਆਂ ਨੂੰ ਫਿਰ ਅੱਗੇ ਵੰਡਦੇ ਜਾਣਾ ਹੈ। ਇਸ ਲਈ ਸਾਡਾ ਦਾਨ ਜਿਹੜਾ ਸਿਰਫ ਪੈਸੇ ਤੱਕ ਦਾ ਦਾਨ, ਉਹ ਦਸਵੰਧ ਨਹੀਂ, ਉਹਨੂੰ ਦਸਵੰਧ ਕਹਿਣਾ ਹੈ, ਅਸੀਂ ਦਾਨ ਨਹੀਂ ਕਹਿਣਾ। ਤੇ ਕਈ ਵਾਰ ਅਰਦਾਸ ਦੇ ਵਿੱਚ 7 ਕਿਸਮ ਦੇ ਦਾਨ ਦੀ ਗੱਲ ਕੀਤੀ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ। ਪਰ ਇੱਥੇ ਦਾਨ ਗੁਰੂ ਤੋਂ ਜਾਂ ਪਰਮੇਸ਼ਰ ਤੋਂ ਮੰਗਿਆ ਗਿਆ ਹੈ। ਸਿੱਖ ਆਪ ਕਦੇ ਵੀ ਦਾਤਾ ਨਹੀਂ, ਕੋਈ ਛੋਟਾ ਵੱਡਾ ਹੋਵੇ, ਭਾਵੇਂ ਜਿੱਡਾ ਵੱਡਾ ਹੋਵੇ, ਜੇ ਉਹ ਦਸਵੰਧ ਕੱਢਦਾ ਹੈ ਤਾਂ ਉਹ ਦਾਤਾ ਨਹੀਂ ਬਣਨਾ। ਉਹਨੇ ਫਿਰ ਵੀ ਦਾਤੇ ਵਾਲਾ ਮਨ ਦੇ ਵਿੱਚ ਹੰਕਾਰ ਨਹੀਂ ਰੱਖਣਾ। ਇਸ ਲਈ ਦਾਨ ਦਾ ਮਤਲਬ ਦਸਵੰਧ ਹੀ ਹੋਵੇਗਾ। ਇਹ 3 ਚਰਨ ਧਰਮ ਦੇ ਗੁਰੂ ਨਾਨਕ ਪਾਤਸ਼ਾਹ ਨੇ ਕਾਇਮ ਕੀਤੇ। ਤੇ ਤੀਜਾ ਜਿਹੜਾ ਇਸ਼ਨਾਨ ਹੈ। ਹੁਣ ਜਦੋਂ ਅਸੀਂ ਇਸ਼ਨਾਨ ਦੀ ਵੀ ਗੱਲ ਕਰਦੇ ਹਾਂ ਤਾਂ ਅਨਮਤੀਆਂ ਵਾਲਾ ਇਸ਼ਨਾਨ ਸਾਡੇ ਵਿੱਚ ਪ੍ਰਵਾਨ ਨਹੀਂ। ਵੀ ਅਸੀਂ ਕਿਸੇ ਆਪਣੇ ਅਸਥਾਨ ਤੇ ਗਏ, ਕੇਂਦਰੀ ਸਰੋਵਰ 'ਚ ਗਏ, ਜੇ ਇਹ ਸਮਝ ਲਿਆ ਕਿ ਇੱਥੇ ਨਹਾ ਕੇ ਸਾਰੇ ਪਾਪ ਨਹਾਉਣ ਦੇ ਨਾਲ ਹੀ ਪੂਰਾ ਹੋ ਜਾਣਗੇ, ਤਾਂ ਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ, ਜਲ ਕੇ ਮਜ਼ਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੋਨੀ ਆਵੇ। ਫਿਰ ਬੰਦੇ ਤੇ ਡੱਡੂ ਦੇ ਵਿੱਚ ਤਾਂ ਫਰਕ ਹੀ ਕੋਈ ਨਹੀਂ ਰਿਹਾ, ਕਿਉਂਕਿ 42 ਲੱਖ ਜੀ ਜਲਮੇ ਹੋਤੇ, 42 ਲੱਖ ਜੂਨਾਂ ਤਾਂ ਲੋਕੀ ਕਹਿੰਦੇ ਨੇ ਇਹਦੇ ਵਿੱਚ ਪਾਣੀ ਦੇ ਵਿੱਚ ਹੁੰਦੀਆਂ ਨੇ, ਫਿਰ ਤਾਂ ਉਹਨਾਂ ਦੀ ਨਹਾਉਣ ਨਾਲੇ ਮੁਕਤੀ ਹੋ ਜਾਣੀ ਹੈ। ਕਿਉਂਕਿ ਅਨਮਤੀਆਂ ਨੂੰ ਇਹ ਵਿਸ਼ਵਾਸ ਸੀ ਕਿ ਉਹ ਤੀਰਥਾਂ ਤੇ ਇੱਕ ਅੱਧੀ ਵਾਰ ਸਾਲ 'ਚ ਨਹਾ ਆਉਂਦੇ ਸੀ, ਜਾ ਕੇ ਮੁੜ ਕੇ ਆ ਕੇ ਫੇਰ ਉਹੀ ਕਰਮ ਕਰਨ ਲੱਗ ਪੈਂਦੇ ਸੀ। ਪਤਾ ਹੈ ਹਰ ਸਾਲ ਤੀਰਥ ਤੇ ਜਾਣਾ ਹੈ। ਗੁਰੂ ਪਾਤਸ਼ਾਹ ਨੇ ਉਹ ਰਿਜੈਕਟ ਕੀਤਾ, ਰੱਦ ਕੀਤਾ। ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬਚਨ, ਪਾਪ ਕਰੇ ਪੰਚਾਂ ਕੇ ਵਾਸਰੇ, ਤੀਰਥ ਨਹਾਏ ਕਹੇ ਸਭ ਉਤਰੈ, ਬਹੁਰ ਕਮਾਵੇ ਹੋਏ ਨਿਸ਼ੰਕ, ਜਮ ਪ੍ਰਬਾਂਧ ਕਰੇ ਕਾਲੰਕ। ਇਸ ਲਈ ਸਿੱਖ ਦਾ ਇਸ਼ਨਾਨ ਜਿਹੜਾ ਹੈ, ਉਹ ਇਹ ਨਹੀਂ ਮਤਲਬ ਸਿੱਖ ਨੇ ਇਸ਼ਨਾਨ ਹੀ ਨਹੀਂ ਕਰਨਾ, ਪਰ ਸਿੱਖ ਨੇ ਇਸ਼ਨਾਨ ਜਿਹੜਾ ਕਰਨਾ ਗੁਰੂ ਦਸਤੀ ਜੀਵਨ ਯੁੱਗ ਦੇ ਮੁਤਾਬਕ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਹੁਕਮ ਹੈ। ਜੋ ਟਾਈਮ ਟੇਬਲ ਉਹਨਾਂ ਨੇ ਬਣਾਇਆ, ਉਸ ਟਾਈਮ ਟੇਬਲ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਨਾ ਹੈ ਤੇ ਇਸ਼ਨਾਨ ਕਿੰਨਾ ਜ਼ਰੂਰੀ, ਉਹ ਅਸੀਂ ਰੋਜ਼ਾਨਾ ਬਚਨ ਕਿਸੇ ਨਾ ਕਿਸੇ ਰੂਪ ਵਿੱਚ ਪੜ੍ਹਦੇ ਹਾਂ। ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਗੁਰੂ ਨਾਨਕ ਪਾਤਸ਼ਾਹ ਨੇ ਅਨਭੀ ਨਾਂ ਦੇ ਜੈਨੀ ਸਰੇਵੜੇ ਨੂੰ ਇੱਥੇ ਤੱਕ ਕਹਿ ਦਿੱਤਾ ਸੀ ਕਿ ਉਹ ਜੇ ਸਿਰ ਖੁੱਥੈ ਨਾਵਣ ਨਾਹੀ, ਤਾਂ ਛੱਤ ਚਟੈ ਸਿਰ ਛਾਈ। ਵੀ ਜੇ ਕੋਈ ਧਰਮੀ ਕਹਾਉਂਦਾ ਹੋਇਆ ਨਹਾਉਣ ਨੂੰ ਵੀ ਤਿਆਰ ਨਹੀਂ ਰੋਜ਼ਾਨਾ, ਤਾਂ ਬਹੁਤੇ ਵਿਦਵਾਨ ਕਹਿੰਦੇ ਨੇ ਇੱਥੇ ਸੱਤ ਨਹੀਂ, ਛੱਤ, ਪ੍ਰਤੀਸ਼ਤ ਜਿਹਨੂੰ ਅਸੀਂ ਕਹਿੰਦੇ ਹਾਂ, ਵੀ ਸੈਂਕੜੇ ਬੱਠਲ ਜਿਹੜੇ ਹੈ, ਚੱਟੇ ਵੈਸੇ ਕਹਿੰਦੇ ਆ, ਜਿਹੜਾ ਇੱਟਾਂ ਬਣਾਉਣ ਦਾ ਸੈਂਚਾ ਹੁੰਦਾ ਹੈ ਨਾ, ਉਹਨੂੰ ਚੱਠਾ ਕਿਹਾ ਜਾਂਦਾ, ਤੇ ਉਹ ਭਰ ਕੇ ਉਹਦੇ ਸਿਰ ਦੇ ਵਿੱਚ ਪਾ ਦਿੱਤੇ ਜਾਣ, ਜਿਹੜਾ ਨਹਾਉਣ ਵਾਸਤੇ ਵੀ ਤਿਆਰ ਨਹੀਂ। ਇਸ ਲਈ ਸਿੱਖ ਨੇ ਨਹਾਉਣਾ ਰੋਜ਼ਾਨਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਇੰਨਾ ਸਖਤ ਹੁਕਮ ਹੈ ਤੇ ਸਿਰ ਸਵਾਹ ਨਹੀਂ ਪਾਣੀ। ਅਸੀਂ ਜੇ ਕੋਈ ਨਹਾਦਾ ਨਹੀਂ ਸਿੱਖ ਹੋ ਕੇ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਨਹੀਂ। ਪਰ ਉਹਦੇ ਨਹਾਉਣ ਦੇ ਨਾਲ ਇਹ ਗੱਲ ਵੀ ਚੇਤਾ ਰੱਖਣੀ ਹੈ ਕਿ ਉੱਠ ਇਸ਼ਨਾਨ ਕਰੋ ਪ੍ਰਭਾਤੈ, ਸੋਏ ਹਰ ਅਰਾਧੇ, ਵਿਖੜੇ ਦਾ ਉਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਛੇਤੀ ਘਰ ਜਾਤੇ। ਤੇ ਦੂਜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਰੋਜ਼ਾਨਾ ਕਹੀ, ਬਾਹਰਲਾ ਸਰੀਰ ਦੀ ਮੈਲ ਲਾਣੀ ਹੈ ਪਾਣੀ ਨਾਲ, ਤੇ ਅੰਦਰਲੀ ਸਰੀਰ ਦੀ ਮੈਲ ਜਿਹੜੀ ਹੈ ਉਹ ਬਾਣੀ ਨੇ ਲਾਣੀ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਇਸ ਲਈ ਸੱਚੇ ਪਾਤਸ਼ਾਹ ਨੇ ਇਹ ਵੀ ਹੁਕਮ ਕੀਤਾ, ਅੰਤਰਗਤ ਤੀਰਥ ਮਲ ਨਹਾਓ। ਵੀ ਜਿਹੜਾ ਅੰਦਰਲਾ ਤੀਰਥ ਹੈ ਨਾ, ਉਸ ਤੀਰਥ ਦੇ ਉੱਤੇ ਵੀ ਰੋਜ਼ਾਨਾ ਮਲ ਕੇ ਨਹਾਣਾ ਹੈ। ਜਿੱਥੇ ਸਰੀਰ ਨੂੰ
ਬਾਹਰਲੇ ਪਾਣੀ ਨਾਲ ਸਾਫ਼ ਕਰਨਾ ਹੈ। ਉੱਥੇ ਬਾਣੀ ਦੇ ਦੁਆਰਾ ਅੰਦਰਲੀ ਮੈਲ ਵੀ ਪਾਪਾਂ ਦੀ, ਵਿਕਾਰਾਂ ਦੀ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਉਤਾਰਨੀ ਹੈ। ਤੇ ਚੌਥਾ ਪੈਰ ਧਰਮ ਦਾ ਜਿਹੜਾ ਹੈ, ਧੌਲ ਰੂਪੀ ਧਰਮ ਦਾ ਚੌਥਾ ਪੈਰ ਗਿਆਨ ਹੈ। ਗਿਆਨ ਤੋਂ ਬਿਨਾਂ ਗੱਲ ਨਹੀਂ ਬਣਨੀ, ਕਿਉਂਕਿ ਅੱਜ ਸਾਡੇ ਕੋਲ ਜੇ ਕੌਮ ਦੀ ਦੁਰਗਤੀ ਹੋਈ ਹੈ, ਕੌਮ ਉਜੜੇ ਪਈ ਹੋਈ ਹੈ, ਕੋਈ ਕਿਸੇ ਵੱਲ ਮੂੰਹ ਚੱਕ ਕੇ ਚੱਲਿਆ, ਕੋਈ ਸਿੱਖ ਹੁੰਦਾ ਹੋਇਆ ਪਾਠ ਵੀ ਕਰੀ ਜਾ ਰਿਹਾ, ਦੇਵੀ ਦੇਵਤਿਆਂ ਦੀ ਯਾਤਰਾ ਵੀ, ਦੇਹਧਾਰੀ ਗੁਰੂਆਂ ਨੂੰ ਵੀ ਮੰਨ ਰਿਹਾ, ਜੋ ਹੋ ਰਹੇ ਕਰਮ ਕਾਂਡ ਮੈਂ ਇਸ ਪਾਸੇ ਟਾਈਮ ਨਾ ਲਾਵਾਂ। ਉਹਦਾ ਕਾਰਨ ਇਹ ਹੈ ਵੀ ਗਿਆਨ ਨਹੀਂ ਹੈ। ਤਾਂ ਹੀ ਸ਼ਾਇਦ ਬਾਬਾ ਕਬੀਰ ਜੀ ਦੇ ਪਾਵਨ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤੇ ਸੀ, ਕਬੀਰ ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ, ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ। ਕਿਉਂਕਿ ਜਿੱਥੇ ਗਿਆਨ ਹੋਏਗਾ ਨਾ, ਤੇ ਕੁਦਰਤੀ ਗੱਲ ਹੈ ਉੱਥੇ ਧਰਮ ਵੀ ਹੋਏਗਾ, ਧਾਰਮਿਕ ਸਿਧਾਂਤ ਵੀ ਸਿੱਖ ਨੂੰ ਚੇਤੇ ਹੋਣਗੇ ਕਿ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਸਾਡੇ ਲਈ ਕੀ ਹੁਕਮ ਕੀਤੇ ਨੇ। ਤੇ ਜੇ ਗਿਆਨ ਹੋਏਗਾ, ਉਹਦੇ ਨਾਲ ਔਗੁਣ ਵੀ ਆਪਣੇ ਆਪ ਖਤਮ ਹੋ ਜਾਣਗੇ। ਕਿਉਂਕਿ ਧਰਮੀ ਉਹੀ ਮਨੁੱਖ ਹੈ ਜੋ ਗਿਆਨਵਾਨ ਹੈ। ਅਗਿਆਨੀ ਨੂੰ ਅੰਨੇ ਦਾ ਦਰਜਾ ਦਿੱਤਾ ਹੈ। ਏਵਰ ਗਿਆਨੀ ਸੰਤ ਸਿੰਘ ਜੀ ਮਸਕੀਨ ਬੜਾ ਸੋਹਣਾ ਪ੍ਰਮਾਣ ਦਿੰਦੇ ਹੁੰਦੇ ਵੀ ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰਈ। ਉਹ ਇੱਕ ਗੱਲ ਕਹਿੰਦੇ ਹੁੰਦੇ, ਗਿਆਨ ਹੀ ਭਗਵਾਨ ਹੈ, ਜੇ ਗਿਆਨ ਨਹੀਂ ਤਾਂ ਭਗਵਾਨ ਵੀ ਨਾ ਹੈ। ਪਰ ਵਾਕਿਆ ਹੀ ਇਹ ਹਾਲਤ ਅੱਜ ਦੇਸ਼ ਦੀ ਹੋਈ ਪਈ, ਦੁਨੀਆ ਦੀ ਹੋਈ ਪਈ, ਮਾਨਵਤਾ ਦੀ, ਵੀ ਕਰਮ ਕਾਂਡਾਂ ਤੱਕ ਹੀ ਸੀਮਤ ਰਹਿ ਗਏ। ਜੋ ਇੱਕ ਨੇ ਕੀਤਾ ਉਹ ਦੂਜਾ ਕਰਨ ਲੱਗ ਪਿਆ। ਇਹ ਲਈ ਸੱਚੇ ਪਾਤਸ਼ਾਹ ਨੇ ਬਾਣੀ 'ਚ ਕਹਿ ਦਿੱਤਾ, ਜਹਾਂ ਗਿਆਨ ਤੈਂ ਧਰਮ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਗਿਆਨ ਨਹੀਂ ਹੈ ਤਾਂ ਬੰਦਾ ਅਗਿਆਨ ਦੇ ਕਰਕੇ ਦੇਵੀ ਦੇਵਤਿਆਂ, ਵਹਿਮਾਂ ਭਰਮਾਂ, ਕਰਮ ਕਾਂਡਾਂ, ਨਸ਼ਿਆਂ, ਵਿਸ਼ਿਆਂ, ਵਿਕਾਰਾਂ ਦੇ ਵਿੱਚ ਪੈ ਕੇ ਅੰਨੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ 12 ਤੇ ਵਧੀਕ, ਇਹ ਸ਼ਲੋਕ ਬੜੇ ਵਾਰ ਆਪਨੇ ਸੁਣਿਆ ਹੋਵੇਗਾ। ਗਿਆਨਹੀਨੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਗੁਰੂ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋਂ ਨਾ ਬਾਕੀ, ਮਾਣੂ ਘੱਲੈ ਉੱਠੀ ਚੱਲੈ, ਸਾਧ ਨਾਹੀਂ ਅਵੇਹੀ ਗੱਲੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਬੰਦਾ ਸੰਸਾਰ ਦੇ ਵਿੱਚ ਆਇਆ ਤੇ ਉਹਨੂੰ ਗਿਆਨ ਨਾਂ ਦੀ ਕੋਈ ਚੀਜ਼ ਹੀ ਨਹੀਂ, ਦੀਨ ਦੁਨੀਆ ਦਾ ਪਤਾ ਹੀ ਨਹੀਂ, ਪਸ਼ੂਆਂ ਵਰਗਾ ਜੀਵਨ ਜੀਵਿਆ ਤੇ ਉੱਠ ਕੇ ਚਲਾ ਗਿਆ। ਪਰ ਜਿਹੜੇ ਹੁਣ ਪੜ੍ਹੇ ਹੋਏ ਨਹੀਂ, ਤਾਂ ਮਤਲਬ ਇਹ ਨਹੀਂ ਕਿ ਉਹਨਾਂ ਦੀ ਮੁਕਤੀ ਹੋਈ ਨਹੀਂ ਹੋਣੀ। ਉਹਦੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਰਸਤਾ ਖੋਲ ਦਿੱਤਾ ਹੈ। ਉਹ ਰਸਤਾ ਕਿਹੜਾ ਹੈ? ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ 'ਚ ਦੱਸਿਆ ਹੈ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਬ੍ਰਹਮਗਤ ਪਾਵੇ। ਗੱਲ ਤਾਂ ਪ੍ਰਮਾਤਮਾ ਦੇ ਸਿਮਰਨ ਦੀ ਵੀ ਹੈ, ਪਰ ਸਿਮਰਨ ਕਰਨਾ ਇਹਨੂੰ ਗਿਆਨ ਵੀ ਪਤਾ, ਗਿਆਨ ਵੀ ਨਾਲ ਨਾਲ ਹੋਣਾ ਚਾਹੀਦਾ ਕਿ ਮੇਰਾ ਗੁਰੂ, ਮੇਰਾ ਸਤਿਗੁਰੂ, ਮੇਰਾ ਪ੍ਰਮਾਤਮਾ ਕਿਹੜੀਆਂ ਗੱਲਾਂ ਤੇ ਖੁਸ਼ ਹੁੰਦਾ ਹੈ। ਇਹ ਲਈ ਚੌਥਾ ਧਰਮ ਜਿਹੜਾ, ਚੌਥਾ ਪੈਰ ਜਿਹੜਾ ਧਰਮ ਦਾ ਹੈ, ਉਹ ਇਹੀ ਹੈ ਜੋ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਸੀ, ਗਿਆਨ ਅੰਜਨ ਜਾਕੀ ਨੇਤਰੀ ਪੜਿਆ, ਤੰਕੋ ਸਰਬ ਪ੍ਰਗਾਸਾ, ਅਗਿਆਨ ਅੰਧੇਰੇ ਸੂਝਸ ਨਾਹੀ, ਬੌੜ ਬੌੜ ਪ੍ਰਮਾਤਾ। ਜੇ ਅਗਿਆਨੀ ਨੇ ਜ਼ਿੰਦਗੀ ਅਗਿਆਨੀਆਂ ਵਰਗੀ ਬਤੀਤ ਕਰ ਦਿੱਤੀ, ਮੁੜ ਕੇ ਫੇਰ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਜਾਵੇਗਾ। ਪਰ ਗੁਰੂ ਪਾਤਸ਼ਾਹ ਨੇ ਕਿਹਾ ਹੀ ਨਹੀਂ, ਬਲਕਿ ਸਾਡੇ ਤੇ ਅਪਾਰ ਕਿਰਪਾ ਕਰਦੇ ਹੋਏ ਗੁਰੂ ਪਾਤਸ਼ਾਹ ਨੇ ਕਿਹਾ ਤੂੰ ਇੱਕ ਵਾਰੀ ਗੁਰੂ ਦੇ ਚਰਨਾਂ ਵਿੱਚ ਆ ਜਾ। ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਕਿ ਸ਼ਰਨ ਸਗਲ ਜਗ ਚੱਲ ਆਵੇ। ਮਾਫ ਕਰ ਦੇਣਾ ਮੇਰੇ ਭਾਈ ਗੁਰਦਾਸ ਜੀ ਦੀ ਤੋਂ ਕੁਛ ਮਾੜੀ ਕਰਕੇ ਪਿੱਛੇ ਹੋ ਗਈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਗਿਆਨ ਦੀ ਪ੍ਰਾਪਤੀ ਕਿੱਥੋਂ ਆਉਣੀ ਹੈ? ਉਹ ਗੁਰੂ ਨਾਨਕ ਪਾਤਸ਼ਾਹ ਦਾ ਹੀ ਸ਼ਲੋਕ ਹੈ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਪਿਆ ਸਿੱਖਾ ਤੈਨੂੰ ਮੈਂ ਇੱਕ ਰੁੱਖ ਦੇ ਨਾਲ ਤੇਰੀ ਜਾਣ ਪਹਿਚਾਣ ਕਰ ਦਿੰਦਾ ਹਾਂ। ਉਹ ਗੁਰੂ ਹੀ ਐਸਾ ਰੁੱਖ ਹੈ ਜਿਹਦੇ ਕੋਲ ਤੈਨੂੰ ਜਾ ਕੇ ਸੰਤੋਖ ਦੀ ਸੈਟਿਸਫੈਕਸ਼ਨ ਮਿਲੇਗੀ, ਫਿਰ ਧਰਮ ਦਾ ਫੁੱਲ ਲੱਗੇਗਾ ਉਹਨੂੰ, ਤੇ ਫਲ ਜਿਹੜਾ ਹੈ ਉਹ ਗਿਆਨ ਦੇ ਰੂਪ ਵਿੱਚ ਤੈਨੂੰ ਮਿਲੇਗਾ। ਉਹ ਐਸਾ ਫਲ ਹੈ ਜੋ ਰਸ ਰਸਿਆ ਹਰਿਆ ਸਦਾ, ਕਦੇ ਉਹਨੇ ਸੁੱਕਣਾ ਨਹੀਂ। ਬਾਕੀ ਫਲ ਤਾਂ ਸੁੱਕ ਜਾਂਦੇ ਨੇ, ਬੇਸਵਾਦੇ ਹੋ ਜਾਂਦੇ ਨੇ। ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਦਾ ਲੈ, ਦਾਨਾ ਕੈ ਸਿਰਦਾਨ। ਜਿਹੜੀ ਗੱਲ ਦਾਨਾ ਸਿਰਦਾਨ ਦੀ ਗੱਲ ਕੀਤੀ ਅਰਦਾਸ ਦੇ ਵਿੱਚ, ਉਹ ਬਾਣੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਨੇ ਦਾਨਾ ਸਿਰਦਾਨ ਆਪ ਲਿਖ ਦਿੱਤਾ ਹੈ ਵੀ ਸ਼੍ਰੋਮਣੀ ਦਾਨ ਉਹ ਨਾਮਦਾਨ ਹੈ। ਤੇ ਜਦੋਂ 7 ਅਕਤੂਬਰ 1708 ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਣ ਲੱਗੇ ਨੇ, ਉਸ ਵੇਲੇ ਸਿੱਖਾਂ ਨੇ ਪੁੱਛ ਕੀਤੀ, ਸੱਚੇ ਪਾਤਸ਼ਾਹ ਹੁਣ ਅੱਗੇ ਸਾਡੀ ਰਹਿਨੁਮਾਈ ਕੌਣ ਗੁਰੂ ਸਾਹਿਬ ਕਰਨਗੇ? ਤੇ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਗਿਆਨ ਗੁਰੂ ਆਤਮ ਉਪਦੇਸ਼ੋ
ਨਾਮ ਵਿਭੂਤ ਲਗਾਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਵੀ ਹੁਕਮ ਹੈ, ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਇਸ ਲਈ ਜਦੋਂ ਸਿੱਖ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਗੁਰੂ ਖਾਲਸਾ ਪੰਥ ਦੇ ਕੋਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਵਿੱਚ ਖੰਡੇ ਬਾਟੇ ਦੀ ਦਾਤ, ਖੰਡੇ ਦੀ ਪਹਲ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ, ਉਸ ਵੇਲੇ ਉਹਦੇ ਮਨ ਦੇ ਵਿੱਚ ਇੱਕ ਵਿਸ਼ਾਲ ਹਨੇਰੀ ਗਿਆਨ ਦੀ ਚਲਦੀ ਹੈ। ਜਿਸ ਗਿਆਨ ਦੀ ਹਨੇਰੀ ਬਾਰੇ ਸਤਿਗੁਰੂ ਨੇ ਪਾਵਨ ਬਾਣੀ ਵਿੱਚ ਲਿਖਿਆ ਹੈ, ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਕਬੀਰ ਜੀ ਦੇ ਉਹ ਪਾਵਨ ਬਚਨ, ਦੇਖੋ ਭਾਈ ਗਿਆਨ ਕੀ ਆਈ ਆਂधी, ਸਵੇ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਫਾਂਦੀ। ਵੀ ਭਾਈ ਦੁਨੀਆ ਦੇ ਲੋਕੋ ਦੇਖੋ, ਗੁਰੂ ਦੇ ਚਰਨੀ ਲੱਗ ਕੇ ਇੱਕ ਐਸਾ ਗਿਆਨ ਦਾ ਤੂਫਾਨ ਆਇਆ, ਗਿਆਨ ਦੀ ਇੱਕ ਐਸੀ ਹਨੇਰੀ ਆਈ ਕਿ ਕਰਮ ਕਾਂਡੀਆਂ ਵੱਲੋਂ ਜੋ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਦੇ ਛੱਪਰ ਬਣਾਏ ਹੋਏ ਸਨ, ਟਾਟੀ ਕਹਿੰਦੇ ਨੇ ਛੱਪਰ ਨੂੰ, ਘਾਹ ਫੂਸ ਦਾ ਛੱਪਰ, ਜਿਹੜੇ ਗਰੀਬ ਲੋਕ ਵਿਚਾਰੇ ਝੁੰਗੀਆਂ 'ਚ ਰਹਿੰਦੇ ਨੇ, ਉਹ ਸਾਰੇ ਉੜ ਪੁੜ ਗਏ। ਔਰ ਮੈਨੂੰ ਹੁਣ ਗਿਆਨ ਦੀ ਜਿਹੜਾ ਹੈ ਉਹ ਚਾਨਣ ਹੋ ਗਿਆ। ਤੇ ਪਰ ਹੋਇਆ ਕਿੱਥੋਂ ਹੈ? ਗੁਰੂ ਸਾਹਿਬ ਨੇ ਹੁਕਮ ਕੀਤਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਰ ਪੰਜਾਂ ਪਿਆਰਿਆਂ ਦੇ ਕੋਲ ਜਾ ਕੇ ਹੀ ਇਹ ਦਾਤ ਮਿਲਣੀ ਹੈ। ਤੇ ਜਿਹੜਾ ਸਿੱਖ ਬਣ ਗਿਆ, ਜਿੱਥੇ ਉਹਨੇ ਪੰਜ ਕਕਾਰਾਂ ਦੇ ਧਾਰਨੀ ਹੋਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਉੱਥੇ 7 ਗੁਣ ਸਿੱਖ ਵਿੱਚ ਜ਼ਰੂਰੀ ਹੋਣੇ ਚਾਹੀਦੇ ਨੇ। ਮੁੜ ਕੇ ਫੇਰ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਉਹ 7 ਸੰਤੋਖ ਕਿਹੜਾ ਹੈ? ਉਹ 7 ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਗੁਰਸਿੱਖ ਨੈ ਗੁਰਸਿੱਖ ਸਦਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ 7 ਸੱਚ ਨੂੰ ਜੀਵਨ ਦਾ ਆਧਾਰ ਬਣਾਉਣਾ, ਸੱਚੋ ਔਰ ਸਭ ਤੋਂ ਉੱਪਰ ਸੱਚ ਆਚਾਰ, ਸੰਤੋਖ ਸੈਟਿਸਫੈਕਸ਼ਨ ਸੰਤੁਸ਼ਟੀ, ਦਇਆ ਤੇ ਧਰਮ, 4 ਗੱਲਾਂ ਇਹ, ਤੇ 3 ਨਾਮ ਦਾਨ ਇਸ਼ਨਾਨ, ਜਿਹਦੇ ਬਾਰੇ ਮੈਂ ਵਿਸਤਾਰ ਨਾਲ ਗੱਲ ਕਰ ਲਈ ਹੈ। ਇਹ 7 ਗੁਣਾਂ ਦਾ ਧਾਰਨੀ ਸਿੱਖ ਨੂੰ ਹੋਣਾ ਪੈਣਾ ਹੈ। ਤੇ ਜਿਹਨੇ ਗੁਰੂ ਦੀ ਸਿੱਖਿਆ ਲੈ ਕੇ ਗੁਰਸਿੱਖ ਬਣ ਗਿਆ, 7 ਗੁਣਾਂ ਦਾ ਧਾਰਨੀ ਬਣ ਗਿਆ, ਤੇ ਉਹਦੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋਏ ਜਾਣੀ ਹੈ। ਇਸ ਲਈ ਨਾਮ ਦਾਨ ਤੇ ਇਸ਼ਨਾਨ, ਔਰ ਚੌਥਾ ਗਿਆਨ। ਜੇ ਧਰਮੀ ਕਹਾਂਦੇ ਆ ਤਾਂ ਇਹ 4 ਧਰਮ ਦੇ ਚਰਨ ਨੇ, ਇਹਨਾਂ ਨੂੰ ਹਿਰਦੇ ਵਿੱਚ ਇਕੱਠੇ ਪੱਕੇ ਕਰ ਲਈਏ, ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣਗੇ। ਜਿੰਨੀ ਕੁ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ, ਟਾਈਮ ਥੋੜਾ ਵੱਧ ਲੈ ਗਿਆ, ਕਿਉਂਕਿ ਕਈ ਵਾਰ ਸਵਾਲ ਬੜਾ ਛੋਟਾ ਹੁੰਦਾ ਹੈ, ਪਰ ਉੱਤਰ ਜਿਹੜਾ ਹੈ ਅੱਗੇ ਤੇ ਅੱਗੇ ਉਹ ਸਪਸ਼ਟ ਕਰਨਾ ਪੈਂਦਾ। ਭੁੱਲ ਗਲਤੀ ਲੇਖੇਵਾ ਕਰਿਓ ਜੀ। ਫਿਰ ਜੇ ਕੋਈ ਹੋਰ ਇਹਦੇ ਨਾਲ ਵਧੀਆ ਸੰਤੁਸ਼ਟ ਕਰ ਸਕਦਾ ਹੈ, ਉਹਦੇ ਧੰਨਵਾਦੀ ਹੋਵਾਂਗੇ ਤੇ ਸਾਡੇ ਗਿਆਨ ਵਿੱਚ ਵੀ ਵਾਧਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਪ੍ਰਿੰਸੀਪਲ ਸਾਹਿਬ ਜੀ ਦਾ। ਉਹਨਾਂ ਨੇ ਬਹੁਤ ਹੀ ਵਿਸਥਾਰ ਸਹਿਤ ਜਿੱਥੇ ਦਾਨ ਦੀ ਗੱਲ ਕੀਤੀ ਹੈ, ਉੱਥੇ ਬਾਕੀ ਵੀ ਜਿਹੜੇ 4 ਚਰਨ ਨੇ ਸਾਰਾ ਦਾ ਪੂਰੇ ਵਿਸਥਾਰ ਸਹਿਤ ਉਹਨਾਂ ਨੇ ਇਹਦਾ ਸਾਨੂੰ ਸਾਡੇ ਸਾਹਮਣੇ ਖੋਲ ਕੇ ਰੱਖਿਆ, ਗੁਰਬਾਣੀ ਦੀਆਂ ਤੁਕਾਂ ਔਰ ਬਾਕੀ ਰੈਫਰੈਂਸਸ ਦੇ ਨਾਲ। ਬਹੁਤ ਬਹੁਤ ਧੰਨਵਾਦ ਜੀ। ਇਹਦੇ ਨਾਲ ਹੀ ਲੱਗਦਾ ਇੱਕ ਹੋਰ ਸਵਾਲ ਆਇਆ ਸਾਨੂੰ, ਤੇ ਉਹਦੇ 'ਚ ਹੈ ਕਿ ਸ਼ਬਦ ਤੇ ਨਾਮ ਵਿੱਚ ਕੀ ਅੰਤਰ ਹੈ। ਸਾਹਿਬ ਪਰਮਜੀਤ ਸਿੰਘ ਦਿੱਲੀ ਤੋਂ ਉਹ ਪੁੱਛਦੇ ਨੇ ਬਈ ਸ਼ਬਦ ਤੇ ਨਾਮ ਵਿੱਚ ਕੀ ਅੰਤਰ ਹੈ। ਤੇ ਇਹਦੇ ਬਾਰੇ ਮੈਂ ਬੇਨਤੀ ਕਰਾਂਗਾ ਸਾਹਿਬ ਤੇਜਿੰਦਰ ਸਿੰਘ ਜੀ ਨੂੰ, ਦਿੱਲੀ ਆਸਟ੍ਰੇਲੀਆ ਵਾਲੇ, ਵੀ ਉਹ ਕਿਰਪਾ ਕਰਕੇ ਸਾਹਮਣੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੀ ਪਰਮਜੀਤ ਸਿੰਘ ਜੀ ਨੇ ਜਿਹੜਾ ਦਿੱਲੀ ਤੋਂ ਸਵਾਲ ਦਿੱਤਾ ਹੈ, ਉਹ ਬਹੁਤ ਹੀ ਜ਼ਰੂਰੀ ਔਰ ਇੰਪੋਰਟੈਂਟ ਸਵਾਲ ਹੈ। ਹਾਲਾਂਕਿ ਪ੍ਰਿੰਸੀਪਲ ਸਾਹਿਬ ਨੇ ਕਾਫੀ ਕੁਝ ਉਹਦੇ ਨਾਲ ਸੰਬੰਧਿਤ ਵੀ ਗੱਲਾਂ ਕੀਤੀਆਂ ਹਨ, ਵਿਚਾਰ ਆਪਣੇ ਦਿੱਤੇ ਹਨ। ਅਸੀਂ ਇਸ ਬਾਰੇ ਗੁਰਬਾਣੀ ਵਿੱਚੋਂ ਹੀ ਸੇਧ ਲੈਣੀ ਹੈ। ਜਦੋਂ ਕੋਈ ਵੀ ਸਾਡੇ ਸਾਹਮਣੇ ਸਵਾਲ ਆਉਂਦਾ ਹੈ, ਜਿੱਥੇ ਤੱਕ ਸ਼ਬਦ ਦੀ ਗੱਲ ਹੈ, ਸ਼ਬਦ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਸ਼ਬਦ ਅੰਗਤ ਹਨ, ਉਹ ਸਾਰੇ ਨੂੰ ਹੀ ਅਸੀਂ ਸ਼ਬਦ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ। ਔਰ ਸ਼ਬਦ ਦਾ ਜਿਹੜਾ ਸਾਡੇ ਗੁਰੂ ਸਾਹਿਬ ਨੇ, ਭਗਤਾਂ ਨੇ, ਜਿਹੜਾ ਉਹਨਾਂ ਨੂੰ ਇਲਾਹੀ ਗਿਆਨ ਪ੍ਰਾਪਤ ਹੋਇਆ, ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਕਿਹਾ ਹੈ ਕਿ ਧੁਰ ਕੀ ਬਾਣੀ ਆਈ, ਅਗਲੀ ਚਿੰਤ ਮਿਟਾਈ, ਬਾਣੀ ਗੁਰੂ, ਗੁਰੂ ਹੈ ਬਾਣੀ, ਉਹ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਜੋ ਬ੍ਰਹਮ ਵਿਚਾਰ ਔਰ ਬ੍ਰਹਮ ਗਿਆਨ ਜਿਹੜਾ ਪ੍ਰਾਪਤ ਹੋਇਆ ਗੁਰੂਆਂ ਨੂੰ, ਭਗਤਾਂ ਨੂੰ, ਸਕਾਂ ਨੂੰ ਔਰ ਗੁਰਸਿੱਖਾਂ ਨੂੰ,
ਉਸ ਨੂੰ ਹੀ ਅੱਖਰ ਦੇ ਕਰਕੇ, ਗੁਰਮੁਖੀ ਅੱਖਰ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਰੂਪ ਦੇ ਅੰਦਰ ਨੂੰ ਕਲਮਬੰਦ ਕੀਤਾ ਹੈ। ਉਹ ਸਾਡੇ ਸਾਹਮਣੇ ਜਿੰਨੇ ਵੀ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਸਾਰਿਆਂ ਨੂੰ ਹੀ ਅਸੀਂ ਸ਼ਬਦ ਦਾ ਆਧਾਰ ਲੈ ਕਰਕੇ ਚੱਲਣਾ ਹੈ। ਔਰ ਇਸ ਸ਼ਬਦ ਦੀ ਜੋ ਸੂਝ ਬੂਝ ਨਾਲ ਜੋ ਅਸੀਂ ਵਿਚਾਰ ਕਰਨਾ ਹੈ, ਇਹਦੇ ਵਿੱਚ ਕੀ ਲਿਖਿਆ ਹੈ, ਜੋ ਸ਼ਬਦਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਕੀ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਹੈ, ਉਸ ਸੰਦੇਸ਼ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਫਿਰ ਜਿਵੇਂ ਅੰਗਰੇਜ਼ੀ ਕਹਿੰਦੇ ਨੇ ਵਨ ਲੀਡਸ ਟੂ ਦੀ ਅਦਰ, ਉਹ ਸ਼ਬਦ ਦੇ ਵਿੱਚੋਂ ਹੀ ਸਾਨੂੰ ਜਿਹੜੀ ਹੈ ਉਹ ਸੇਧ ਮਿਲਦੀ ਹੈ ਕਿ ਨਾਮ ਦੀ ਜਿਹੜੀ ਪ੍ਰਾਪਤੀ ਹੈ। ਉਹ ਨਾਮ ਜਿਹੜਾ ਹੈ ਉਹ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਉਹ ਤੱਤਸਾਰ ਹੈ। ਉਸ ਤੱਤਸਾਰ ਨੂੰ ਅਸੀਂ ਸਮਝਣ ਵਾਸਤੇ ਅਸੀਂ ਕੁਝ ਕੁ ਪ੍ਰਮਾਣ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਂਦੇ ਹਾਂ ਕਿ ਮਾਨਸ ਜਨਮ ਸ਼ਬਦ ਚਿਤ ਲਾਇਆ, ਉਸੇ ਮਨੁੱਖ ਨੂੰ ਮਨੁੱਖਾ ਜਨਮ ਮਿਲਿਆ ਜਾਣੋ, ਮਨੁੱਖਾ ਜਨਮ ਵਿੱਚ ਆ ਕੇ ਜਿਸ ਨੇ ਗੁਰੂ ਦੇ ਸ਼ਬਦ ਵਿੱਚ ਆਪਣਾ ਮਨ ਜੋੜਿਆ ਹੈ। ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ ਉਸ ਦੇ ਵਿੱਚ ਆਪਣੇ ਮਨ ਨੂੰ ਜੋੜੀਏ ਔਰ ਇਹ ਪ੍ਰਾਪਤ ਕਰੀਏ ਕਿ ਉਹ ਗੁਰੂ ਸਾਹਿਬ ਸਾਨੂੰ ਉਸ ਸ਼ਬਦ ਦੇ ਵਿੱਚ ਕੀ ਸੰਦੇਸ਼ ਦੇ ਰਹੇ। ਜਿਵੇਂ ਅਸੀਂ ਅੱਗੇ ਵੀ ਵਿਚਾਰ ਇੱਥੇ ਕਈ ਸਵਾਲਾਂ ਵਿੱਚ ਕੀਤੀ ਹੋਈ ਹੈ ਕਿ ਜੋ ਸ਼ਬਦ ਦਾ ਰਹਾਉ ਹੁੰਦਾ, ਜੋ ਲੋਕੇ ਲਭਾਵ ਹੁੰਦਾ, ਉਸ ਦੇ ਉੱਪਰ ਆਪਣਾ ਮਨ ਕੇਂਦਰਿਤ ਕਰਨਾ ਹੈ। ਜਿਵੇਂ ਫੁੱਲ ਹੁੰਦਾ, ਫੁੱਲ ਦੇ ਵਿੱਚ ਮਕਰੰਦ ਹੁੰਦਾ ਹੈ, ਉਸ ਮਕਰੰਦ ਦੇ ਨਾਲ ਹੀ ਜਿੰਨੀ ਵੀ ਸ਼ਬਦ ਦੇ ਨਾਲ ਉਸ ਨਾਲ ਪੰਖੜੀਆਂ ਜੁੜੀਆਂ ਹੁੰਦੀਆਂ, ਉਹ ਸਾਰੀਆਂ ਮਕਰੰਦ ਨਾਲ ਜੁੜੀਆਂ ਹੁੰਦੀਆਂ। ਇਸੇ ਤਰ੍ਹਾਂ ਹੀ ਜੋ ਸ਼ਬਦ ਦੇ ਵਿੱਚ ਬਾਕੀ ਬੰਦ ਹਨ, ਉਹ ਸਾਰੇ ਹੀ ਜਿਹੜੇ ਹਨ ਉਹ ਮਕਰੰਦ ਰਹਾਉ ਰੂਪੀ ਮਕਰੰਦ ਦੇ ਨਾਲ ਜੁੜੇ ਹੋਏ ਹੁੰਦੇ ਹਨ। ਇਸ ਕਰਕੇ ਜਦੋਂ ਅਸੀਂ ਰਹਾਉ ਦੀ ਅਸੀਂ ਵਿਚਾਰ ਕਰਨੀ ਹੈ, ਜਿਵੇਂ ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਉਹ ਰਹਾਉ ਦੀ ਪੰਕਤੀ ਨੂੰ ਜਿਹੜਾ ਹੈ ਉਸਨੂੰ ਬਾਰ-ਬਾਰ ਜਿਹੜਾ ਹੈ ਆਈ ਰੂਪ ਸਮਝ ਕੇ ਉਸਨੂੰ ਪੜ੍ਹਨ ਤੇ ਅੰਤਰਾ ਜਿਹੜਾ ਹੈ ਉਹ ਬਾਕੀ ਜਿਹੜੇ ਸ਼ਬਦ ਦੀਆਂ ਪੰਕਤੀਆਂ ਉਹਨੂੰ ਪੜ੍ਹੇ। ਆਪ ਇਹੀ ਹੁੰਦਾ ਹੈ ਕਿ ਸਾਡੇ ਮਨ ਦੇ ਵਿੱਚ ਉਹ ਜੋ ਗੁਰ ਸ਼ਬਦ ਵਿਚਾਰ ਹੈ ਉਹ ਸਾਡੇ ਮਨ ਦੇ ਵਿੱਚ ਟਿਕ ਜਾਏ। ਇਨ ਸ਼ਬਦ ਦੇ ਸਭ ਅੰਧ ਅੰਧੇਰਾ ਗੁਰਮੁਖ ਕਿਸੇ ਬੁਝਾਏਗਾ। ਤੇ ਅਗਰ ਸਾਨੂੰ ਗੁਰਬਾਣੀ ਦੇ ਸ਼ਬਦ ਦੀ ਸਮਝ ਨਹੀਂ ਆਈ, ਗੁਰੂ ਸਾਹਿਬ ਸਾਨੂੰ ਕੀ ਕਹਿਣਾ ਚਾਹੁੰਦੇ ਹਨ, ਤੇ ਫਿਰ ਭਾਵੇਂ ਅਸੀਂ ਪੜ੍ਹੀਏ ਜੇ ਤੇ ਬਰਸ ਪੜ੍ਹੀਏ, ਜੇ ਤੇ ਮਾਸ ਪੜ੍ਹੀਏ, ਜੇ ਤੇ ਆਰਜਾ ਪੜ੍ਹੀਏ, ਜੇ ਤੇ ਸਾਸ, ਤੇ ਨਾਨਕ ਲੇਖੇ ਇੱਕ ਗੱਲ ਔਰ ਹਉਮੈ ਚੱਕਣਾ ਚਾਹ। ਉਹ ਇੱਕ ਗੱਲ ਕੀ ਹੈ ਕਿ ਸ਼ਬਦ ਦੀ ਸਾਨੂੰ ਸਮਝ ਆ ਜਾਵੇ। तो इस शब्द ਵਿੱਚੋਂ ਹੀ ਸਾਨੂੰ ਅੱਗੇ ਜਿਹੜਾ ਹੈ ਉਹ ਰੋਸ਼ਨੀ ਮਿਲੇਗੀ। ਗੁਰੂ ਕੇ ਸ਼ਬਦ ਸਦਾ ਸਲਾਹ ਹੈ ਜਿਸ ਸਾਚੇ ਸੁਖ ਪਾਏਗਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ, ਉਹ ਸਦਾ ਸਿਰ ਪ੍ਰਭੂ ਵਿੱਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ। ਹੁਣ ਸ਼ਬਦ ਦੇ ਵਿੱਚ ਜਿਵੇਂ ਵਨ ਲੀਡਸ ਟੂ ਦੀ ਅਦਰ, ਸ਼ਬਦ ਦੇ ਵਿੱਚੋਂ ਨਾਮ ਵਾਲੇ ਪਾਸੇ ਕਿਵੇਂ ਸਾਨੂੰ ਪ੍ਰਾਪਤੀ ਹੁੰਦੀ ਹੈ, ਉਹ ਇਸ ਤੋਂ ਵੀ ਸਾਨੂੰ ਕਿ ਜਦੋਂ ਬਾਣੀ ਪੜ੍ਹਦਿਆਂ ਬਾਣੀ ਨੂੰ ਵਿਚਾਰਦਿਆਂ ਬਾਣੀ ਵਿੱਚ ਸਾਡਾ ਮਨ ਜੁੜਦਾ ਹੈ ਤੇ ਸਾਨੂੰ ਉਹ ਆਤਮਕ ਆਨੰਦ ਮਿਲਦਾ ਹੈ। ਜਦੋਂ ਆਤਮਕ ਆਨੰਦ ਮਿਲਣਾ ਸ਼ੁਰੂ ਹੋ ਜਾਏ, ਸਮਝ ਲਓ ਕਿ ਸਾਡਾ ਜਿਹੜਾ ਮਨ ਹੈ ਹੁਣ ਉਹ ਸਿਮਰਨ ਵਾਲੇ ਪਾਸੇ ਜਾ ਰਿਹਾ ਹੈ, ਨਾਮ ਦੀ ਪ੍ਰਾਪਤੀ ਵਾਲੇ ਪਾਸੇ ਜਾ ਰਿਹਾ ਹੈ। ਪਰ ਗੁਰੂ ਨੇ ਨਾਲ ਹੀ ਸਾਨੂੰ ਹਦਾਇਤ ਕਰ ਦਿੱਤੀ ਕਿ ਸੋ ਚੇਤੇ ਜਿਸ ਆਪ ਚੇਤਾਏ। ਇੱਕ ਗੱਲ ਹੋਰ ਇੱਥੇ ਸਮਝਣ ਵਾਲੀ ਹੈ ਕਿ ਗੁਰੂ ਦੇ ਸ਼ਬਦ ਨੂੰ ਪੜ੍ਹ ਲੈਣਾ, ਪੜ੍ਹਨ ਤੋਂ ਬਾਅਦ ਥੋੜੀ ਦੇਰ ਸਮਝ ਲੈਣਾ, ਉਸ ਤੋਂ ਬਾਅਦ ਫਿਰ ਭੁੱਲ ਜਾਣਾ, ਫਿਰ ਉਸਦਾ ਕੋਈ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ। ਉਸ ਨੂੰ ਅਸੀਂ ਆਪਣੇ ਚੇਤੇ ਵਿੱਚ ਰੱਖਣਾ ਹੈ, ਆਪਣੀ ਯਾਦ ਸ਼ਕਤੀ ਵਿੱਚ ਰੱਖਣਾ ਹੈ। ਜਦੋਂ ਅਸੀਂ ਆਪਣੀ ਦਿਨਚਰਿਆ ਦੇ ਵਿੱਚ ਜਦੋਂ ਕੋਈ ਸਾਡੇ ਸਾਹਮਣੇ ਕਾਮ, ਕ੍ਰੋਧ, ਲੋਭ, ਹੰਕਾਰ ਵਰਗੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਤੇ ਅਸੀਂ ਉਹਨਾਂ ਦਾ ਟਾਕਰਾ ਕਿਵੇਂ ਕਰਨਾ ਹੈ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਕਰਨਾ। ਤੇ ਜਦੋਂ ਸਾਨੂੰ ਗੁਰੂ ਦਾ ਸ਼ਬਦ ਉੱਥੇ ਅਗਵਾਈ ਦਿੰਦਾ ਹੈ, ਸਾਡੀ ਗਾਈਡੈਂਸ ਕਰਦਾ ਹੈ ਕਿ ਕਿਵੇਂ ਤੁਸੀਂ ਆਪਣੇ ਮਨ ਦੇ ਵਿੱਚੋਂ ਇਹਨਾਂ ਵਿਸ਼ਾ ਵਿਕਾਰਾਂ ਨੂੰ ਵੀ ਕੱਢਣਾ ਹੈ। ਫਿਰ ਗੁਰੂ ਕੇ ਸ਼ਬਦ ਆਪ ਪਛਾਣਾ ਹੈ। ਗੁਰੂ ਦੀ ਸ਼ਬਦ ਰਾਹੀਂ ਅਸੀਂ ਆਪਣੇ ਆਪ ਨੂੰ ਪਛਾਣਨਾ ਹੈ, ਆਪਣੀ ਆਪ ਪੜਤਾਲ ਕਰਨੀ ਹੈ। ਪ੍ਰਾਨੀ ਤੋਂ ਆਇਓ ਲਾਹਾ ਲੈਣ, ਅਗਾ ਕਿਤ ਕੋ ਫਕੜੇ ਸਭ ਮੁਕਤੀ ਚੱਲੀ ਹੈ। ਪ੍ਰਾਨੀ ਤੋਂ ਆਇਓ ਲਾਹਾ ਲੈਣ, ਅਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬੜੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਫਿਰ ਜਿਸ ਵੇਲੇ ਮਨ ਦੇ ਵਿੱਚ ਨਾਮ ਵਾਸਤੇ ਤਾਂਘ ਪੈਦਾ ਹੁੰਦੀ ਹੈ, ਨਾਮ ਦੀ ਮਹਿਮਾ ਜਿਹੜੀ ਹੈ ਬਾਣੀ ਦੇ ਅੰਦਰ ਬਹੁਤ ਜ਼ਿਆਦਾ ਦਰਸਾਈ ਗਈ ਹੈ ਕਿ ਇਸ ਜਗ में नाम अलग है। ਇਹ ਨਾਮ ਜਿਹੜਾ ਹੈ ਕੋਈ ਈਜ਼ੀਲੀ ਮਿਲਣ ਵਾਲੀ ਚੀਜ਼ ਨਹੀਂ ਹੈ ਕਿ ਜਿਵੇਂ ਅਸੀਂ ਕਿਸੇ ਇੱਕ ਲਫ਼ਜ਼ ਨੂੰ ਪਕੜ ਕੇ ਰਟਾਫੇਸ਼ਨ ਉਹਦੀ ਸ਼ੁਰੂ ਕਰ ਦਈਏ ਤੇ ਗੁਰਬਾਣੀ ਦੇ ਤੱਤਸਾਰ ਦੀ ਸਾਨੂੰ ਪਛਾਣ ਨਾ ਹੋਵੇ, ਉਦੋਂ ਤੱਕ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਮ ਦੀ ਪ੍ਰਾਪਤੀ ਕਿਵੇਂ ਹੋਈ? ਆਪ ਪਛਾਣ ਹੈ ਕੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏਗਾ। ਜਿਹੜਾ ਮਨੁੱਖ ਆਪਣੇ ਜੀਵਨ ਨੂੰ ਕਰਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ ਤੇ ਉਹੀ ਫਿਰ ਹੋਰਨਾਂ ਨੂੰ ਵੀ ਸਿਫਤ ਸਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਉਂਦਾ ਹੈ। ਤੇ ਉਸ ਦਾ ਜੀਵਨ ਜਿਹੜਾ ਹੈ ਬਾਣੀ ਪੜ੍ਹ ਕੇ ਮੈਲ ਰਹਿਤ ਹੋ ਜਾਂਦਾ ਹੈ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ। ਇਹ ਹੁਣ ਬਾਣੀ ਔਰ ਨਾਮ ਇਸ ਤਰ੍ਹਾਂ ਇਸਨੂੰ ਸਮਝ ਸਕਦੇ ਹਾਂ ਅਸੀਂ कि सगल बनस्पत में बसंतर, सगल दूध में किया, ऊंच नीच में जोत समानी घट बात हो। जिमें दुध के अंदर सानू पता कि घ्यो है उसके अंदर, लेकिन असी प्राप्त करने वास्ते सानू कुछ हिम्मत करनी पेगी, सानू कुछ सूझबूझ का इस्तेमाल करना पेगा। तो वो जिमें असी दुध नूं रिड़कते हैं, रिड़कन दही जमाने फिर उसनूं रिड़कते हैं, उस रिड़कन तो बाद सानू मक्खन जिहड़ा है वो प्राप्त होता है। सारे दुध ਦੇ ਵਿੱਚ ਮੱਖਣ ਹੈ, ਇਸੇ ਤਰ੍ਹਾਂ ਹੀ ਸਾਰੀ ਬਾਣੀ ਦੇ ਵਿੱਚ ਨਾਮ ਜਿਹੜਾ ਹੈ ਉਹ ਵਿਦਮਾਨ ਹੈ, ਨਾਮ ਜਿਹੜਾ ਭਰਪੂਰ ਹੈ। ਲੇਕਿਨ ਸਾਨੂੰ ਪ੍ਰਾਪਤ ਤਾਂ ਹੋਏਗਾ ਜਦੋਂ ਅਸੀਂ ਜੁਗਤ ਦੇ ਨਾਲ ਆਪਣੇ ਮਨ ਨੂੰ ਟਿਕਾ ਕਰਕੇ ਪਾਂਡਾ ਤੋਏ ਬੈਸ ਤੁਕ ਦਿਓ ਤੋ ਦੂਧੇ ਕੋ ਜਾਓ, ਦੂਧ ਕਰਮ ਪੁਨ ਸੁਰ ਸਮਾਇਨ ਹੋਏ ਨਿਰਾਸ਼ ਜਮਾਓ, ਜਪੋ ਤਾਂ ਏਕੋ ਨਾਮਾ ਅਵਨ ਨਿਰਾਫਲ। ਇਸ ਸ਼ਬਦ ਵਿੱਚ ਅੱਗੇ ਹੋਰ ਵੀ ਸਾਨੂੰ ਵਿਸਤਾਰ ਨਾਲ ਦੱਸਿਆ ਕਿ ਆਪਣੇ ਮਨ ਨੂੰ ਕਿਵੇਂ ਟਿਕਾ ਕਰਕੇ ਅਸੀਂ ਉਸ ਜਿਹੜਾ ਹੈ ਦੁੱਧ ਵਿੱਚੋਂ ਅਸੀਂ ਨਾਮ ਰੂਪੀ ਜਿਹੜਾ ਹੈ ਮੱਖਣ ਉਹ ਕਰ ਸਕਦੇ ਹਾਂ। ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ ਪੜ ਪਾਵੇ ਮਾਨ, ਆਪਾ ਮਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ। ਜਿਹੜਾ ਮਨੁੱਖ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਉਸਦੇ ਅੰਦਰ ਹੀ ਉਸਦਾ ਆਪਣਾ ਆਪ ਚਮਕ ਪੈਂਦਾ ਹੈ, ਉਸਦਾ ਆਤਮਿਕ ਜੀਵਨ ਰੋਸ਼ਨ ਹੋ ਜਾਂਦਾ ਹੈ, ਉਸਦੇ ਮਨ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਉਸ ਮਨੁੱਖ ਨੂੰ ਆਤਮ ਜੀਵਨ ਦੇਣ ਵਾਲਾ ਨਾਮ ਜਲ ਮਿਲ ਜਾਂਦਾ ਹੈ। ਸਤਿਗੁਰੂ ਨੇ ਸਾਨੂੰ ਹੋਰ ਸਮਝਾਇਆ ਬੜੇ ਕਿ ਜਨ ਨਾਨਕ ਬੋਲੇ ਗੁਣ ਬਾਣੀ। ਹੁਣ ਜਿਹੜੀ ਬ੍ਰਹਮ ਵਿਚਾਰ ਗੁਰੂ ਨਾਨਕ ਪਾਤਸ਼ਾਹ ਨੇ ਭਗਤਾਂ ਨੂੰ, ਗੁਰਸਿੱਖਾਂ ਨੂੰ, ਭੱਟਾਂ ਨੂੰ ਪ੍ਰਾਪਤ ਹੋਇਆ, ਉਹ ਜਿਹੜਾ ਬ੍ਰਹਮ ਗਿਆਨ ਸੀ ਉਸਨੂੰ ਉਹਨਾਂ ਨੇ ਗੁਣ ਰੂਪ ਦੇ ਬਾਣੀ ਦੇ ਰੂਪ ਵਿੱਚ ਸਾਨੂੰ ਜਿਹੜਾ ਪ੍ਰਗਟ ਕੀਤੀ ਹੈ। तो जन नानक बोले गुण बाणी, सारी गुरबाणी गुण बाणी है। गुरबाणी हर नाम समाया, दास नानक जी परमात्मा की सिफत सलाह वाली बाणी गुरबाणी ही नित उचारदा है। गुरबाणी की बरकत नाल मनुख परमात्मा के नाम विच लीन हो जाता है। ये गल है सानू समझण वाली कि जिन्ना इस नाम नूं जपिया है, नाम निधान से प्राप्त जित शब्द गुरु मन भुठा जीव, भुठा भाव बसिया। ये नाम का खजाना सिर्फ उसनों मिलता है जिस दे मन विच गुरु का शब्द आप बसदा है। जिन हर रस पाया तो तृप्त गाना, तो उसकी अवस्था जिहड़ी है इस तरह की हो जाती है कि वो संसारक के पदार्थों वालों उसका मन जिहड़ा तृप्त हो जाता है। वो हुण किसी पासे भी भजदा नहीं, उसकी दौड़ भज खत्म हो जाती है, वो टिक जाता है क्योंकि उसनूं टिकाण वाला मन जिहड़ा है वो मन के अंदर नाम गुरु ने आप सानू टिका दिता है। गुरु की कृपा द्वारा इस नाम की प्राप्ति उसनूं हो गई है। सतगुरु की जिसनूं मत आवे तो सतगुरु माए समाना, ये बाणी जो जियो जाने अंतर रवे हर नाम। जिहड़ा मनुख गुरु की इस बाणी नाल दिलों सांझ पा लैंदा है, ये दिलों सांझ वाली गल जिहड़ी बड़ी उतों गल नहीं है, उसके अंदर परमात्मा का नाम सदा टिका रहता है और उसके नाम अंदर टिके रहने करके ही उसका जीवन जोड़ा है वो परोपकारी हो जाता है, उसका जीवन बड़ा जोड़ा है सदाचारी हो जाता है। लेकिन इस गल नूं गुरु शब्द पछाणी है, हर अमृत नाम समाए, गुरु ज्ञान प्रचंड बुलाया, ज्ञान अंधेरा जाए। अंदरों जड़ा है अंधेरा जड़ा है बिल्कुल दूर हो जाता है। गुरमुख शब्द पछाणी है, तो गुरु के शब्द को पछाणन के नाल ही इसी अवस्था की प्राप्ति होती है। गुरमुख सदा ध्याई है, एक नाम करतार, नानक नाम ध्याई है, अबना जिया का आधार। ये नानक परमात्मा का नाम ही सिमरना चाहिए है। परमात्मा का नाम सब जीवन की जिंदगी का आसरा है और ये गुरु की शरण पै करके ही जो है परमात्मा के सिमरन की सोझी आती है और ता ही सिमरिया जा सकता है। वो सिमरा है आप सिमरा है।
ਆਪਣੀ ਹਿੰਮਤ ਨਾਲ, ਆਪਣੇ ਚਤਰਾਈ ਦੇ ਨਾਲ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ। ਸਤਿਗੁਰ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਇਹ ਮਨੁੱਖ ਜਿਹੜਾ ਹੈ ਅਸਲ ਸੁਖ ਨਾਮ ਦਾ ਮਾਣਦਾ ਹੈ। ਮੇਲ ਭਇਆ ਚਿਰੀ ਵਿੱਚ ਹੁੰਨਿਆ ਗੁਰ ਪੁਰਖ ਮਿਲਾਏ। ਫਿਰ ਤੋਂ ਰੱਬ ਨਾਲੋਂ ਵਿਛੜੇ ਹੋਏ ਤਾਂ ਮੁੜ ਰੱਬ ਨਾਲ ਮੇਲ ਹੋ ਜਾਂਦਾ ਹੈ। ਸਤਿਗੁਰ ਮਰਦ ਨੇ ਤੇ ਸਾਨੂੰ ਸਮਝਾ ਦਿੱਤਾ ਹੈ। ਖੋਜ ਬੂਝ ਜੋ ਕਰੇ ਵਿਚਾਰਾ, ਜਿਹੜੇ ਬਾਣੀ ਨੂੰ ਖੋਜਦੇ ਹਨ, ਜਿਵੇਂ ਸਾਡੇ ਵੀਰ ਨੇ ਜਿਨ੍ਹਾਂ ਨੇ ਸਵਾਲ ਦਿੱਤਾ ਹੈ, ਜਾਂ ਜਿਹੜੇ ਸਾਡੇ ਵਿੱਚੋਂ ਵਿਚਾਰ ਕਰਕੇ ਉਹਦੇ ਜਵਾਬ ਦੇ ਰਹੇ ਹਨ। ਖੋਜ ਬੂਝ ਜੋ ਕਰੇ ਵਿਚਾਰਾ, ਜਿਹੜੇ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ, ਤਾਂ ਉਹ ਭੌਜਲ ਤਰਤ ਨਾ ਲਾਵੇ ਬਾਰਾ, ਉਹ ਸੰਸਾਰ ਸਮੁੰਦਰ ਤੋਂ ਪਾਰ ਲੱਗਦਿਆਂ ਦਿਲ ਨਹੀਂ ਲੱਗਦਾ। ਇੱਕ ਗੱਲ ਹੋਰ ਹੈ, ਅਸੀਂ ਇਹ ਦੇਖਦੇ ਹਾਂ ਕਿ ਦੁਨੀਆ ਦੇ ਅੰਦਰ ਬੜੇ ਚੀਜ਼ਾਂ ਜਿਹੜੀਆਂ ਬੜੀਆਂ ਆਸਾਨ ਨੇ, ਜਿਹਨੂੰ ਅਸੀਂ ਬਹੁਤ ਮੁਸ਼ਕਲ ਸਮਝਦੇ ਹਾਂ, ਸਾਰੀ ਉਮਰ ਸਾਡੀ ਲੰਘ ਜਾਂਦੀ ਹੈ ਉਹਨਾਂ ਦੀ ਪ੍ਰਾਪਤੀ ਵਾਸਤੇ, ਉਹ ਪ੍ਰਾਪਤ ਹੋ ਸਕਦੀਆਂ ਨੇ। ਨਚ ਦੁਰਲਭੰਗ ਧਨੰਗ ਰੂਪੰਗ, ਨਚ ਦੁਰਲਭੰਗ ਸਵਰਗ ਰਾਜਨਾ ਹੈ। ਧਨ ਤੇ ਰੂਪ ਲੱਭਣਾ ਬਹੁਤ ਔਖਾ ਨਹੀਂ ਹੈ, ਨਾ ਹੀ ਸੁਰਗਾਂ ਦਾ ਰਾਜ। ਨਚ ਦੁਰਲਭੰਗ ਭੋਜਨੰ ਬਿਜਨੰ, ਨਚ ਦੁਰਲਭੰਗ ਕੁਛ ਅੰਬਰ ਹੈ। ਇਹ ਸਾਰੀਆਂ ਚੀਜ਼ਾਂ ਪ੍ਰਾਪਤੀਆਂ ਜਿਹੜੀਆਂ ਹਨ ਉਹ ਕੋਈ ਮੁਸ਼ਕਲ ਨਹੀਂ ਹਨ। ਸਵਾਦਲੇ ਭੋਜਨ ਪ੍ਰਾਪਤ ਕਰ ਲੈਣੇ, ਅੱਛੇ ਕੱਪੜੇ ਪ੍ਰਾਪਤ ਕਰ ਲੈਣੇ, ਸਵਰਗਾਂ ਦਾ ਰਾਜ ਮਿਲ ਜਾਣਾ। ਨਚ ਦੁਰਲਭੰਗ ਸੁਖ ਮਿੱਤਰ ਭਰਾਤ ਬਾਂਧਵ, ਨਚ ਦੁਰਲਭੰਗ ਬਣਕਾ ਵਿਲਾਸਾ। ਪੁੱਤਰ ਮਿੱਤਰ ਭਰਾ ਰਿਸ਼ਤੇਦਾਰ ਦਾ ਮਿਲਣਾ ਬਹੁਤ ਮੁਸ਼ਕਲ ਨਹੀਂ, ਨਾ ਹੀ ਇਸਤਰੀ ਦੇ ਲਾਡ ਪਿਆਰ। ਨਚ ਦੁਰਲਭੰਗ ਵਿਦਿਆ ਪ੍ਰਵੀਨੰ, ਨਚ ਦੁਰਲਭੰਗ ਚਤੁਰ ਚੰਚਲਾ ਹੈ। ਵਿਦਿਆ ਹਾਸਲ ਕਰਕੇ ਸਿਆਣਾ ਬਣਨਾ ਹੀ ਬਹੁਤ ਔਖਾ ਨਹੀਂ, ਨਾ ਹੀ ਔਖਾ ਵਿਦਿਆ ਦੀ ਸਹਾਇਤਾ ਨਾਲ ਚਲਾਕ ਤੇ ਤੀਕਨ ਬੁੱਧੀ ਹੋਣਾ। ਦੁਰਲਭੰ ਏਕ ਭਗਵਾਨ ਨਾਮ ਹੈ, ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਮੁਸ਼ਕਲ ਹੈ ਪ੍ਰਾਪਤ ਕਰਨਾ। ਨਾਨਕ ਲਭਯੰਗ ਸਾਧ ਸੰਗ ਕਿਰਪਾ ਪ੍ਰਭੰਗ। ਇਹ ਨਾਨਕ ਕੇਵਲ ਪਰਮਾਤਮਾ ਦਾ ਨਾਮ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਾਧ ਸੰਗ ਵਿੱਚ ਹੀ ਮਿਲਦਾ ਹੈ। ਔਰ ਕਦੋਂ ਮਿਲਦਾ ਹੈ? ਜਦੋਂ ਪਰਮਾਤਮਾ ਦੀ ਮਿਹਰ ਹੋਵੇ। ਆਪ ਦੁਨੀਆ ਦੇ ਪਦਾਰਥ ਮਿਲਦੇ ਔਖੀ ਗੱਲ ਨਹੀਂ, ਪਰ ਪਰਮਾਤਮਾ ਦਾ ਨਾਮ ਕਿਸੇ ਭਾਗਾਂ ਨਾਲ ਹੀ ਮਿਲਦਾ ਹੈ ਤੇ ਸਾਧ ਸੰਗਤ ਵਿੱਚੋਂ ਕਦੋਂ ਜਦੋਂ ਪਰਮਾਤਮਾ ਆਪ ਮਿਹਰ ਕਰੇ। ਤਾਂ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਅੱਗੇ, ਸਾਨੂੰ ਹੀ ਸੂਝ ਬੂਝ ਨਾਲ ਗੁਰਬਾਣੀ ਪੜ੍ਹਨ ਦੀ, ਸਮਝਣ ਦੀ ਔਰ ਸੁਣਨ ਦੀ ਔਰ ਆਪਣੇ ਜੀਵਨ ਨੂੰ ਢਾਲਣ ਦੀ ਸਤਿਗੁਰ ਸਮਰੱਥਾ ਬਖਸ਼ਣ, ਤਾਂ ਕਿ ਅਸੀਂ ਵੀ ਨਾਮ ਜਪ ਕੇ ਆਪਣਾ ਜਨਮ ਸਫਲ ਕਰ ਸਕੀਏ। ਇੰਨੀ ਵਿਚਾਰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਤੇ ਨਾਮ 'ਚ ਅੰਤਰ, ਨਾਮ ਹੀ ਤਤਸਾਰ ਹੈ। ਤੋ ਸਮਾਂ ਕਾਫੀ ਹੋ ਗਿਆ, ਸਵਾਲ ਸਾਡੇ ਕੋਲ ਕਾਫੀ ਨੇ। ਤੋ ਹੁਣ ਮੈਂ ਅਗਲਾ ਸਵਾਲ ਬੇਨਤੀ ਕਰ ਰਿਹਾ ਸਾਹਿਬ ਮਨਮੋਹਨ ਸਿੰਘ ਜੀ ਨੂੰ, ਕਿ ਉਹ ਹੈ ਕਿ ਨਿਤਨੇਮ ਦੀਆਂ ਬਾਣੀਆਂ ਜ਼ਬਾਨੀ ਪੜ੍ਹਨੀਆਂ ਚਾਹੀਦੀਆਂ ਹਨ ਕਿ ਨਹੀਂ। ਇਹ ਸਵਾਲ ਸਾਨੂੰ ਆਇਆ ਸਾ ਹਰਚਰਨ ਸਿੰਘ ਜੀ ਵੱਲੋਂ। ਮੈਂ ਸਮਾਂ ਤਾਂ ਬੜਾ ਥੋੜਾ ਰਹਿ ਗਿਆ, ਮਨਮੋਹਨ ਸਿੰਘ ਦੀ ਬੇਨਤੀ ਕਰਾਂਗਾ ਤੇ ਸਵਾਲ ਜੀ ਹੋਰ ਵੀ ਹਨ ਕਿ ਸੰਖੇਪ ਵਿੱਚ ਇਹਦਾ ਉੱਤਰ ਜਿਹੜਾ ਉਹ ਦੇ ਦਿੱਤਾ ਜਾਏ। ਜੇਕਰ ਲੰਬੇਰਾ ਹੋਏਗਾ ਤਾਂ ਆਪਾਂ ਅਗਲੀ ਵਾਰੀ ਵੀ ਕਵਰ ਕਰ ਸਕਦੇ। ਤੇ ਕੁਝ ਸਵਾਲ ਰਹਿ ਗਏ ਨੇ ਉਹ ਆਪਾਂ ਪੈਂਡਿੰਗ ਪਾਵਾਂਗੇ। ਹਾਂਜੀ ਮਨਮੋਹਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹੁਕਮ ਹੋਇਆ ਕਿ ਸਵਾਲ ਦਾ ਜਵਾਬ ਕਿ ਸਾਨੂੰ ਨਿਤਨੇਮ ਕਰਨ ਵੇਲੇ ਜ਼ਬਾਨੀ ਕਰਨਾ ਚਾਹੀਦਾ ਹੈ ਜਾਂ ਕਿ ਦੇਖ ਕੇ ਕਰਨਾ ਚਾਹੀਦਾ ਹੈ। ਸੋ ਮੈਂ ਸੰਖੇਪ ਵਿੱਚ ਹੀ ਜੋ ਬੇਨਤੀ ਕਰਨਾ ਚਾਹੁੰਦਾ ਕਿ ਜੋ ਨਿਤਨੇਮ ਕਰਨਾ ਹੈ, ਗੁਰਬਾਣੀ ਨੂੰ ਪੜ੍ਹਨਾ ਹੈ, ਪਹਿਲਾਂ ਤਾਂ ਸਾਡੇ ਮਨ ਦੇ ਅੰਦਰ ਇਹ ਖਿਆਲ ਹੋਣਾ ਚਾਹੀਦਾ ਕਿ ਅਸੀਂ ਨਿਰੰਕਾਰ ਦੇ ਨਾਲ ਗੱਲਬਾਤ ਕਰਨ ਲੱਗੇ ਹਾਂ, ਨਿਰੰਕਾਰ ਦੀ ਗੱਲ ਨੂੰ ਸੁਣਨ ਲੱਗੇ ਹਾਂ। ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵੜ ਅਵਰ ਨ ਕੋਏ, ਇਸ ਜੇਵੜ ਅਵਰ ਨ ਕੋਏ, ਗਾਵੀਐ ਸੁਣੀਐ ਮਨ ਰੱਖੀਐ ਪਾਓ। ਜਦੋਂ ਵੀ ਅਸੀਂ ਗਾਉਣਾ ਹੈ, ਸੁਣਨਾ ਹੈ ਪਰਮਾਤਮਾ ਦੇ ਸ਼ਬਦ ਨੂੰ, ਗੁਰਬਾਣੀ ਨੂੰ, ਤਾਂ ਮਨ ਦੇ ਵਿੱਚ ਸਾਡੇ ਉਸ ਪ੍ਰਤੀ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹਰ ਰਸਕ ਗੁਣ ਗਾਇਆ। ਕਿ ਜਦੋਂ ਵੀ ਗੁਰਬਾਣੀ ਨੂੰ ਪੜ੍ਹਨਾ ਹੈ, ਪਰਮਾਤਮਾ ਦੇ ਗੁਣ ਗਾਉਣ ਨੇ ਜੋ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਹੀ ਪਰਮਾਤਮਾ ਦੇ ਗੁਣ ਹੈ, ਤੇ ਫਿਰ ਸਵਾਦ ਲੈ ਲੈ ਕੇ, ਰਸ ਲੈ ਲੈ ਕੇ ਜੋ ਹੈ ਉਸ ਦੇ ਨਾਲ ਅਸੀਂ ਉਸ ਗੁਰਬਾਣੀ ਨੂੰ ਪੜ੍ਹਨਾ ਹੈ। ਰਸ ਗੁਣ ਗਾਵੋ ਠਾਕੁਰ ਕੇ, ਮੇਰਾ ਹਿਰਦੈ ਬਸੋ ਗੋਪਾਲ। ਜਾਂ ਸਤਿਗੁਰ ਪੰਚਮ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਹਨ, ਰਸਕ ਗੁਣ ਗਾਵੇਂ ਹਰ ਜਨ, ਆਪਣੇ ਗੁਰਦੇਵ ਨਿਵਾਜਾ। ਮੇਰੇ ਇਹ ਕਹਿਣ ਤੋਂ ਭਾਵ ਕਿ ਜਦੋਂ ਵੀ
ਅਸੀਂ ਨਿਤਨੇਮ ਕਰਨਾ ਹੈ, ਇਹ ਸਾਡੀ ਆਤਮਾ ਦੀ ਖੁਰਾਕ ਹੈ। ਸਾਡੀ ਸ਼ਖਸੀ ਰਹਿਣੀ ਦੇ ਅੰਦਰ ਗੁਰਬਾਣੀ ਨੂੰ ਪੜ੍ਹਨਾ, ਨਿਤਨੇਮ ਕਰਨਾ ਸਾਡੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਸਿੱਖ ਨੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਨੇ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਣ ਗਾਉਣ ਤੋਂ ਭਾਵ ਸਿਮਰਤ ਹੈ, ਸਿਮਰਨ ਹੈ। ਤੇ ਜਿਸ ਸਿਮਰਤ ਮਨ ਹੋਤ ਆਨੰਦਾ ਉਤਰੈ ਮਨੋ ਜੰਗੀਲਾ। ਦੋ ਚੀਜ਼ਾਂ ਦਾ ਧਿਆਨ ਰਵੇ, ਮਨ ਨੂੰ ਆਨੰਦ ਲੱਭੇ ਤੇ ਉਹਦੇ ਵਿੱਚ ਲੱਗੇ ਹੋਏ ਵਿਕਾਰਾਂ ਦਾ ਜੋ ਜ਼ੰਗ ਹੈ ਉਹ ਵੀ ਉਤਰ ਜਾਵੇ। ਕਿ ਅਸੀਂ ਦੇਖਦੇ ਹਾਂ ਜਦੋਂ ਚੀਜ਼ ਦੇ ਉੱਤੇ ਜ਼ੰਗ ਲਗਾ ਹੋਵੇ ਤੇ ਅਸੀਂ ਪੂਰੀ ਬਿਰਤੀ ਜੋੜਦੇ ਹਾਂ, ਉਹਨੂੰ ਦੇਖਦੇ ਹਾਂ, ਰਗੜਦੇ ਹਾਂ, ਬਾਰ-ਬਾਰ ਦੇਖਦੇ ਹਾਂ ਉਸ ਥਾਂ ਦੇ ਉੱਤੇ। ਸੋ ਇਸ ਕਰਕੇ ਪਹਿਲਾਂ ਸਾਨੂੰ ਇਹ ਖਿਆਲ ਹੋਣਾ ਚਾਹੀਦਾ ਕਿ ਨਿਤਨੇਮ ਕਰਨਾ ਕੇਵਲ ਇੱਕ ਰੀਤ ਪੂਰੀ ਕਰਨੀ ਨਹੀਂ ਹੈ, ਸਗੋਂ ਇਹ ਆਤਮਾ ਦੀ ਖੁਰਾਕ ਹੈ ਜੋ ਸਾਨੂੰ ਹੁਕਮ ਹੈ ਗੁਰੂ ਦਾ, ਔਰ ਪੰਥਕ ਰਹਿਤ ਮਰਿਆਦਾ ਨੇ ਸਾਨੂੰ ਇਹਦੇ ਵਾਸਤੇ ਪਾਬੰਦ ਕੀਤਾ ਹੈ। ਹੁਣ ਗੱਲ ਆ ਜਾਂਦੀ ਹੈ ਕਿ ਭਾਈ ਅਸੀਂ ਕਰਨਾ ਕਿਵੇਂ ਹੈ। ਤਾਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਬਾਣੀ ਪੜ੍ਹਨੀ ਸਾਡੀ ਬਿਰਤੀ ਟਿਕੀ ਹੋਵੇ, ਇਕਾਂਤ ਹੋਵੇ, ਸ਼ਾਂਤੀ ਵਾਲੀ ਥਾਂ ਹੋਵੇ, ਸਤਕਾਰ ਦੇ ਨਾਲ ਪਾਕੀਜ਼ਗੀ ਹੋਵੇ, ਸੁਰਤੀ ਜਿਹੜੀ ਹੈ ਉਹ ਟਿਕ ਜਾਵੇ। ਇਸ ਤਰੀਕੇ ਦੇ ਨਾਲ ਬਾਣੀ ਨੂੰ ਪੜ੍ਹਨਾ ਹੁੰਦਾ ਹੈ। ਸੋ ਜੋ ਸਵਾਲ ਆਇਆ ਕਿ ਅਸੀਂ ਦੇਖ ਕੇ ਪੜ੍ਹਨੀ ਚਾਹੀਦੀ ਹੈ ਜਾਂ ਜ਼ਬਾਨੀ, ਜਿੱਥੇ ਤੱਕ ਗੁਰਬਾਣੀ ਨੂੰ ਦੇਖ ਕੇ ਪੜ੍ਹਨ ਦੀ ਗੱਲ ਹੈ ਤੇ ਸਭ ਤੋਂ ਬਹੁਤ ਅੱਛੀ ਗੱਲ ਹੋਵੇਗੀ ਕਿ ਜੇ ਕਦੇ ਅਸੀਂ ਕਿਸੇ ਇੱਕ ਥਾਂ ਦੇ ਉੱਤੇ ਘਰ ਦੇ ਵਿੱਚ ਬੈਠ ਕੇ ਇਕਾਂਤ ਵਿੱਚ ਹੋ ਕੇ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਇਹ ਸਾਡੀ ਆਤਮਿਕ ਖੁਰਾਕ ਹੈ, ਪਿਆਰ ਦੇ ਨਾਲ ਬੈਠ ਕੇ ਹੱਥ ਦੇ ਵਿੱਚ ਗੁਟਕਾ ਲੈ ਕੇ ਦੇਖ ਕੇ ਗੁਰਬਾਣੀ ਪੜ੍ਹੀਏ ਤਾਂ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋਵੇਗੀ। ਆਮ ਕਰਕੇ ਅਸੀਂ ਦੇਖਦੇ ਹਾਂ ਜਿੰਨੇ ਸਵਾਲ ਗੁਰਬਾਣੀ ਵਿਆਕਰਨ ਨਾਲ ਜੁੜੇ ਹੋਏ ਆ ਰਹੇ ਨੇ ਕਿ ਸੱਸੇ ਪੈਰ ਬਿੰਦੀ ਲਾ ਕੇ ਪੜ੍ਹਨੀ ਹੈ, ਨਹੀਂ ਪੜ੍ਹਨੀ ਹੈ, ਜਾਂ ਇਸ ਦਾ ਉਚਾਰਨ ਕਿਵੇਂ ਹੈ, ਇਸ ਦਾ ਉਚਾਰਨ ਕਿਵੇਂ ਹੈ, ਫਲਾਣੀ ਥਾਂ ਦੇ ਉੱਤੇ ਅਸ਼ਟਪਦੀਆਂ ਲਿਖਿਆ, ਉੱਥੇ ਜੋ ਨੇ ਪਦੇ ਕਿੰਨੇ ਨੇ, ਇਹ ਸਾਰੇ ਤਾਂ ਹੀ ਸਾਡੇ ਸਾਹਮਣੇ ਆਉਂਦੇ ਨੇ ਕਿ ਅਸੀਂ ਉਹਨੂੰ ਦੇਖ ਕੇ ਧਿਆਨ ਨਾਲ ਪੜ੍ਹ ਰਹੇ ਹਾਂ। ਸੋ ਜਦੋਂ ਵੀ ਅਸੀਂ ਗੁਰਬਾਣੀ ਦਾ ਨਿਤਨੇਮ ਕਰੀਏ ਤਾਂ ਪਹਿਲੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਕਿਸੇ ਇੱਕ ਥਾਂ ਦੇ ਉੱਤੇ ਘਰ ਵਿੱਚ ਬੈਠ ਕੇ ਇੱਕ ਰੀਤ ਨਾ ਸਮਝ ਕੇ, ਸਗੋਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ, ਆਤਮਾ ਦੀ ਖੁਰਾਕ ਸਮਝ ਕੇ, ਬੜੇ ਪਿਆਰ ਦੇ ਨਾਲ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਬਾਣੀ ਨੂੰ ਪੜ੍ਹੀਏ। ਉਹਦੇ ਨਾਲ ਸਾਡੀ ਪਾਕੀਜ਼ਗੀ, ਭਉ ਤੇ ਭਾਉ ਦੋਵੇਂ ਚੀਜ਼ਾਂ ਬਣੀਆਂ ਰਹਿਣਗੀਆਂ। ਸਤਕਾਰ ਵੀ ਗੁਰਬਾਣੀ ਦਾ ਬਣਿਆ ਰਹੇਗਾ ਤੇ ਨਾਲ ਸਾਡਾ ਪਿਆਰ ਵੀ ਗੁਰਬਾਣੀ ਦੇ ਨਾਲ ਬਣਿਆ ਰਹੇਗਾ। ਤੇ ਫਿਰ ਸਾਇੰਟੀਫਿਕ ਟਰੂਥ ਹੈ ਕਿ ਜਦੋਂ ਆਡੀਓ ਵਿਜ਼ੂਅਲ ਕਿਸੇ ਚੀਜ਼ ਦਾ ਦੇ ਰਾਹੀਂ ਅਸੀਂ ਸਿੱਖਣਾ ਚਾਹੁੰਦੇ ਹਾਂ ਤੇ ਜਿੱਥੇ ਸਾਡੀਆਂ ਅੱਖਾਂ ਜੋ ਨੇ, ਨੇਤਰ ਜੋ ਨੇ ਟਿਕ ਕੇ ਕਿਸੇ ਚੀਜ਼ ਦੇ ਉੱਤੇ, ਗੁਰਬਾਣੀ ਦੇ ਉੱਤੇ, ਸ਼ਬਦ ਦੇ ਉੱਤੇ ਅਸੀਂ ਟਿਕਾ ਕੇ ਬਾਣੀ ਪੜਾਂਗੇ ਤੇ ਉਹਦੇ ਵਿੱਚ ਗਲਤੀਆਂ ਘੱਟ ਹੁੰਦੀਆਂ ਨੇ, ਗੁਰਬਾਣੀ ਚੇਤੇ ਵੀ ਜ਼ਿਆਦਾ ਹੁੰਦੀ ਹੈ। ਤੇ ਫਿਰ ਨਾਲ ਐਸਾ ਵੀ ਨਹੀਂ ਕਿ ਜੇ ਕਦੇ ਕਿਸੇ ਨੂੰ ਕਿਤੇ ਮਜਬੂਰੀ ਬਣ ਜਾਵੇ, ਕਿਉਂਕਿ ਆਮ ਕਰਕੇ ਮੈਂ ਤਾਂ ਬਾਰ-ਬਾਰ ਰੀਤ ਦੀ ਗੱਲ ਕਰਦਾ ਕਿ ਜਿਵੇਂ ਕਈ ਵਾਰ ਵੀਰ ਜੀ ਨੇ ਵੀ ਵਿਚਾਰ ਕਰਦਿਆਂ, ਵੀਰ ਹਰਜੀਤ ਸਿੰਘ ਜੀ ਵੀ ਦੱਸਦੇ ਰਹਿੰਦੇ ਨੇ ਕਿ ਅਸੀਂ ਜਪਜੀ ਸਾਹਿਬ ਜਦੋਂ ਸਵੇਰੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਾਂ ਤੇ ਬਾਥਰੂਮ ਚੋਂ ਬਾਹਰ ਆਉਣ ਤੋਂ ਪਹਿਲਾਂ ਜਪਜੀ ਸਾਹਿਬ ਸਮਾਪਤੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਸਾਡੇ ਬਾਕੀ ਕੰਮ ਵੀ ਨਾਲ ਹੀ ਹੁੰਦੇ ਨੇ, ਕਿ ਚਿਹਰਾ ਵੀ ਨਾਲ ਧੋਰਿਆ, ਅੰਡਰਸ਼ਰਟ ਵੀ ਨਾਲ ਹੀ ਧੋ ਲਈ ਤੇ ਫਿਰ ਉੱਥੋਂ ਬਾਹਰ ਨਿਕਲ ਕੇ ਆਏ ਤੇ ਜਪਜੀ ਸਾਹਿਬ ਦਾ ਭੋਗ ਪੈ ਗਿਆ। ਤੇ ਕਈ ਵਾਰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਜਪਜੀ ਸਾਹਿਬ ਦੀਆਂ ਕਿਹੜੀਆਂ ਪੌੜੀਆਂ ਜੋ ਨੇ, ਸੁਣਿਆ ਦੀਆਂ ਵੀ ਪੂਰੀਆਂ ਪੜ੍ਹੀਆਂ ਨਹੀਂ, ਮੰਨਿਆ ਦੀਆਂ ਵੀ ਪੂਰੀਆਂ ਪੜ੍ਹੀਆਂ ਜਾਂ ਨਹੀਂ, ਇਹ ਕਿਉਂਕਿ ਸੁਰਤੀ ਪੂਰੀ ਤਰੀਕੇ ਨਾਲ ਟਿਕੀ ਨਹੀਂ ਹੁੰਦੀ। ਤੇ ਅਗਰ ਜੇ ਕਦੇ ਅਸੀਂ ਇਸ ਨੂੰ ਰੀਤ ਨਾ ਕਰੀਏ, ਆਤਮਿਕ ਖੁਰਾਕ ਸਮਝ ਕੇ, ਜ਼ਿੰਮੇਵਾਰੀ ਸਮਝ ਕੇ, ਪੰਥ ਦਾ ਹੁਕਮ ਸਮਝ ਕੇ ਬੈਠ ਕੇ ਹੱਥ ਦੇ ਵੀ ਗੁਟਕਾ ਸਾਹਿਬ ਲੈ ਕੇ ਕਰੀਏ ਤੇ ਬੜੀ ਵਧੀਆ ਗੱਲ ਹੈ। ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਸੋਚਦੇ ਹਾਂ ਵੀ ਰਸਤੇ 'ਚ ਚੱਲ ਰਹੇ ਹਾਂ ਤੇ ਰਸਤੇ 'ਚ ਚੱਲਦਿਆਂ ਹੀ ਕਰ ਲਈਏ ਤੇ ਘਰ ਆ ਕੇ ਅਸੀਂ ਹੋਰ ਕੀ ਕਰਨਾ ਹੁੰਦਾ, ਵੱਡਾ ਕੰਮ ਤੇ ਕੋਈ ਹੁੰਦਾ ਨਹੀਂ, ਲੇਕਿਨ ਘਰ ਆ ਕੇ ਬੈਠ ਕੇ ਕੀਤਾ ਜਾਵੇ। ਪਰ ਜੇ ਕਦੇ ਕਿਤੇ ਐਮਰਜੈਂਸੀ ਬਣ ਜਾਵੇ, ਜਿਵੇਂ ਕੋਈ ਵੀਰ ਡਿਊਟੀ ਦੇ ਉੱਤੇ ਹੈ, ਸਿਕਿਉਰਿਟੀ ਫੋਰਸਿਸ ਦੇ ਵਿੱਚ ਨੇ, ਕੋਈ ਮੇਰਾ ਵੀਰ ਦੁਕਾਨਦਾਰ ਹੈ ਜਾਂ ਕਿਸੇ ਹੋਰ ਤਰੀਕੇ ਦਾ ਜੋ ਹੈ ਉਹਦਾ ਕਾਰੋਬਾਰ ਹੈ ਜਿਹਦੇ ਵਿੱਚ ਉਹਨੂੰ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਕਿ ਭਈ ਉਹ ਕਿਤੇ ਥੋੜਾ ਲੇਟ ਹੋ ਗਿਆ, ਨਿਤਨੇਮ ਦਾ ਸਮਾਂ ਉਹਨੂੰ ਨਿਕਲ ਰਿਹਾ ਜਾਂ ਸਵੇਰੇ ਉਹਨੇ ਛੇਤੀ ਕਿਤੇ ਨਿਕਲਣਾ ਹੈ, ਬੈਠਣ ਦਾ ਉਹਦੇ ਕੋਲ ਸਮਾਂ ਨਹੀਂ ਬੈਠ ਕੇ ਕਰੇ, ਉਹਦੇ ਵਿੱਚ ਅਗਰ ਉਹ ਜ਼ੁਬਾਨੀ ਕਰ ਵੀ ਲੈਂਦਾ ਤੇ ਕੋਈ ਵੱਡੀ ਗੱਲ ਨਹੀਂ। ਲੇਕਿਨ ਫਿਰ ਵੀ 1 2 4 ਦਿਨ ਬਾਅਦ ਅਗਰ ਮੌਕਾ ਲੱਗੇ ਤੇ ਜ਼ਰੂਰ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਬਾਣੀ ਨੂੰ ਦੇਖ ਕੇ ਪੜਿਆ ਜਾਵੇ, ਤਾਂ ਕਿ ਸਾਡੇ ਜੋ ਕਿਤੇ ਕਿਸੇ ਕਿਸਮ ਦਾ ਸਾਡੇ ਤੋਂ ਗਲਤੀ ਹੋ ਗਈ, ਕਿਤੇ ਸਾਨੂੰ ਕੰਠ ਕੀਤੀ ਹੋਈ ਬਾਣੀ ਕਈ ਵਾਰ ਗਲਤ ਹੁੰਦੀ ਹੈ, ਬੜੇ ਦੂਰੋਂ ਜਾ ਕੇ ਪਤਾ ਲੱਗਦਾ ਹੈ ਕਿ ਅੱਜ ਮੈਂ 20 ਸਾਲ ਤੋਂ ਇਸ ਅੱਖਰ ਨੂੰ ਗਲਤ ਪੜ੍ਹਦਾ ਰਿਹਾ, ਕਿਉਂਕਿ ਇੱਥੇ ਤਾਂ ਇਹ ਲਿਖਿਆ ਹੋਇਆ, ਇੱਥੇ ਤਾਂ ਦਲਾਵਾਂ ਨੇ, ਮੈਂ ਤਾਂ ਇਹਨੂੰ ਹਾਏ ਸਿਆਰੀ ਨਾਲ ਹੀ ਪੜ੍ਹਦਾ ਰਿਹਾ। ਇਹ ਸਾਰੀਆਂ ਚੀਜ਼ਾਂ ਜੋ ਨੇ ਉਹ ਫਿਰ ਦੇਖ ਕੇ ਹੀ ਅਸੀਂ ਉਹ ਪੜ੍ਹ ਸਕਦੇ ਹਾਂ। ਇਸ ਕਰਕੇ ਇਹਦੇ ਵਿੱਚ ਕੋਈ ਭਰਮ ਵੀ ਨਹੀਂ ਕਿ ਜੇ ਕਿਤੇ ਜ਼ਬਾਨੀ ਪੜ੍ਹਨੀ ਪਵੇ, ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਰੂਰ ਦੇਖ ਕੇ ਬਾਣੀ ਨੂੰ ਪੜ੍ਹਿਆ ਜਾਵੇ ਤਾਂ ਕਿ ਸਾਡੀਆਂ ਗਲਤੀਆਂ ਜੋ ਨੇ ਉਹ ਘੱਟ ਜਾਣ। ਇੰਨਾ ਕੋਈ ਜਵਾਬ ਸੀ ਮੇਰੀ ਤਰਫੋਂ ਜੋ ਅਸੀਂ ਆਪਸ ਦੇ ਵਿੱਚ ਸਲਾਹ ਮਸ਼ਵਰਾ ਵਿਦਵਾਨਾਂ ਨਾਲ ਕੀਤਾ। ਜੇ ਕਿਤੇ ਕੋਈ ਹੋਰ ਸੰਗਤ ਦੇ ਵਿੱਚੋਂ ਇਸ ਦੇ ਵਿੱਚ ਹੋਰ ਵਾਧਾ ਕਰੇਗਾ ਤਾਂ ਜ਼ਰੂਰ ਸਾਡੀ ਜਿਹੜੀ ਨੌਲੇਜ ਹੈ, ਸਾਡਾ ਜਿਹੜਾ ਗਿਆਨ ਉਹਦੇ ਵਿੱਚ ਵਾਧਾ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਮਨਮੋਹਨ ਸਿੰਘ ਜੀ ਨੇ ਬੜੇ ਸੰਖੇਪ ਲਫ਼ਜ਼ਾਂ 'ਚ ਬਹੁਤ ਭਾਵਪੂਰਤ ਗੱਲਾਂ ਕਹੀਆਂ ਨੇ। ਤਾਂ ਸਾਡੀ ਕੋਸ਼ਿਸ਼ ਤੇ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਬਾਣੀ ਸਾਨੂੰ ਕੰਠ ਯਾਦ ਹੋਵੇ।
ਉਹਦਾ ਜ਼ਰੂਰ ਮਤਲਬ ਹੈ ਵੀ ਤਕੀਦ ਵੀ ਕੀਤੀ ਜਾਂਦੀ ਕਿ ਬਾਣੀ ਵੱਧ ਤੋਂ ਹਰ ਸਿੱਖ ਨੂੰ ਕੰਠ ਹੋਵੇ। ਫਿਰ ਵੀ ਕਿਉਂਕਿ ਗੁਰਬਾਣੀ ਸਮੁੰਦਰ ਹੈ ਤੇ ਸੁਰਤ ਸ਼ਬਦ ਦਾ ਮੇਲ ਹੋਣਾ ਬੜਾ ਜ਼ਰੂਰੀ ਹੈ, ਤੇ ਇਸ ਕਰਕੇ ਸੁਰਤੀ ਨੂੰ ਟਿਕਾਣ ਦੀ ਗੱਲ ਵੀ ਵੀਰ ਜੀ ਨੇ ਦੱਸੀ ਹੈ। ਤਾਂ ਕੋਸ਼ਿਸ਼ ਸਾਡੀ ਹੋਵੇ ਕਿ ਜੇ ਸਾਡੇ ਕੋਲ ਸਮਾਂ ਹੈ, ਬਿਲਕੁਲ ਕੋਈ ਐਮਰਜੈਂਸੀ ਨਹੀਂ ਹੈ, ਤੇ ਫਿਰ ਸਾਨੂੰ ਗੁਟਕਾ ਸਾਹਿਬ ਤੋਂ ਦੇਖ ਕੇ ਕਰਨਾ ਹੀ ਚਾਹੀਦਾ, ਉਹ ਜ਼ਿਆਦਾ ਬੈਟਰ ਰਹੇ। ਇੱਕ ਗੱਲ ਮੈਂ ਭਾਵੇਂ ਸਮਾਂ ਜ਼ਿਆਦਾ ਹੋ ਗਿਆ ਜ਼ਰੂਰ ਕਹਾਂਗਾ ਕਿ ਕੋਸ਼ਿਸ਼ ਕੀਤੀ ਜਾਏ, ਅਗਰ ਐਮਰਜੈਂਸੀ ਨਹੀਂ ਹੈ ਤਾਂ ਘੱਟੋ ਘੱਟ ਇਹ ਜਿਹੜੇ ਸੈੱਲ ਫੋਨ ਤੋਂ ਆਪਾਂ ਪਾਠ ਕਰਦੇ ਹਾਂ ਇਹਨੂੰ ਨਾ ਕੀਤਾ ਜਾਏ। ਜੇ ਜ਼ਬਾਨੀ ਜੇ ਤੇ ਗੁਟਕੇ ਸਾਹਿਬ ਤੋਂ ਕਰੋ ਤਾਂ ਬਹੁਤ ਵਧੀਆ, ਤੇ ਜੇਕਰ ਜਿਵੇਂ ਦੱਸਿਆ ਐਮਰਜੈਂਸੀ ਆ ਚਲੋ ਕਿਤੇ ਜ਼ਬਾਨੀ ਵੀ ਕਰ ਲਓ। ਪਰ ਜਿਹੜਾ ਇਹ ਆਪਾਂ ਸੈੱਲ ਫੋਨ ਤੋਂ ਕਰਦੇ ਹਾਂ, ਸੈੱਲ ਫੋਨ ਦੇ ਵਿੱਚ ਫਿਰ ਕਿਸੇ ਵੇਲੇ ਡਿਟੇਲ ਗੱਲ ਕਰਾਂਗੇ, ਹੁਣ ਸਮਾਂ ਬਹੁਤ ਹੋ ਗਿਆ, ਬਹੁਤ ਸਾਰੀਆਂ ਗਲਤੀਆਂ ਵੀ ਹਨ, ਤੇ ਇਸ ਕਰਕੇ ਸਾਨੂੰ ਦੂਜੀ ਗੱਲ ਹੈ ਕਿ ਬੜਾ ਆਦਬ ਸਤਿਕਾਰ ਜੋ ਸੈੱਲ ਫੋਨ ਖੋਲ੍ਹਣ ਨਾਲ ਜਾਂ ਗੁਟਕਾ ਸਾਹਿਬ ਖੋਲ੍ਹਣ ਨਾਲ ਤੁਸੀਂ ਆਪੇ ਦੇਖ ਲਓ ਕਿੰਨਾ ਫਰਕ ਹੈ। ਤੋਂ ਬੜਾ ਧਿਆਨ ਮੰਗਦੀ ਹੈ ਗੱਲ ਜੀ ਕਿ ਜਿਸ ਤਰ੍ਹਾਂ ਕਿ ਜਪਜੀ ਸਾਹਿਬ ਦੀ 27ਵੀਂ ਪੌੜੀ ਔਰ ਸੋਦਰ ਦੀ ਜਿਹੜਾ ਪਹਿਲਾ ਪਾਠ ਹੈ ਸੋਦਰ ਤੇ ਰਾਗੇ, ਇਹਨਾਂ ਦੋਨਾਂ ਦੇ ਵਿੱਚ ਆਪਸ 49 ਫਰਕ ਨੇ। ਜੇ ਤੇ ਅਸੀਂ ਬਿਲਕੁਲ ਯਾਦ ਕਰ ਹੋ ਗਏ ਨੇ ਫਿਰ ਤਾਂ ਬਹੁਤ ਵਧੀਆ, ਨਹੀਂ ਤੇ ਗਲਤੀ ਲੱਗਣ ਦੇ ਚਾਂਸ ਹੁੰਦੇ ਨੇ। ਪਰ ਜੇਕਰ ਅਸੀਂ ਗੁਟਕਾ ਖੋਲ ਕੇ ਪਾਠ ਕਰ ਰਹੇ ਹਾਂ ਤਾਂ ਉਹਦੇ 'ਚ ਸ਼ੁੱਧਤਾ ਦੇ ਜ਼ਿਆਦਾ ਚਾਂਸਸ ਨੇ। ਤੋ ਇਹ ਕੋਈ ਹਾਰਡ ਐਂਡ ਫਾਸਟ ਨਹੀਂ ਹੈ ਜਿਵੇਂ ਵੀਰ ਜੀ ਨੇ ਦੱਸਿਆ, ਪਰ ਸਾਡੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਕਿ ਆਪਾਂ ਬਾਣੀ ਦੇਖ ਕੇ ਟਿਕਾ ਕੇ ਚੁੱਪ ਔਰ ਭੈ ਭਾਵਨਾ ਨਾਲ ਪੜ੍ਹੀਏ। ਤੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸਵਾਲ ਤਕਰੀਬਨ 2-3 ਰਹਿ ਗਏ ਨੇ, ਮੈਂ ਉਹਨਾਂ ਪਾਸੋਂ ਖਿਮਾ ਮੰਗਦਾ ਕਿਉਂਕਿ ਸਮਾਂ ਹੋ ਗਿਆ। ਉਹ ਅਗਲੇ ਹਫਤੇ ਜਿਹੜੇ ਨੇ ਉਹ ਸਵਾਲ ਪਹਿਲੇ ਲੈ ਜਾਣਗੇ, ਜਿਹੜੇ ਅੱਗੋਂ ਸਵਾਲ ਆਉਣਗੇ ਬਾਅਦ ਚ ਲਵਾਂਗੇ। ਤੋ ਉਹਨਾਂ ਤੋਂ ਮੈਂ ਕੋਈ ਦੁਬਾਰਾ ਖਿਮਾ ਮੰਗਦਾ, ਤੇ ਸਾਰੀ ਸੰਗਤ ਨੂੰ ਅੱਜ ਦਾ ਪ੍ਰੋਗਰਾਮ ਚਲਾਉਂਦਿਆਂ ਹੋ ਗਈਆਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਆਪਸ ਵਿੱਚ ਖਿਮਾ ਮੰਗਦੇ ਹਾਂ। ਤੇ ਜੇਕਰ ਕਿਸੇ ਨੇ ਕੋਈ ਸੁਝਾਅ ਦੇਣਾ ਹੋਵੇ ਤਾਂ ਕਿਰਪਾ ਕਰਕੇ ਉਹ ਗਰੁੱਪ ਚੈਟ 'ਚ ਦੇ ਸਕਦੇ ਨੇ, ਜਾਂ ਬਾਅਦ ਵਿੱਚ ਲਿਖ ਕੇ ਸਾਨੂੰ ਸਵਾਲ ਜਵਾਬ ਜਿਹੜਾ ਭੇਜਿਆ ਜਾ ਸਕਦਾ, ਸਵਾਲ ਜਵਾਬ ਗਰੁੱਪ। ਸ਼ੁਕਰੀਆ ਜੀ ਆਪ ਸਭ ਦਾ, ਔਰ ਪੈਨਲ ਮੈਂਬਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪੂਰੀ ਮਿਹਨਤ ਨਾਲ ਜਵਾਬ ਬਣਾ ਕੇ ਫਿਰ ਆਪਸ ਡਿਸਕਸ ਕਰਕੇ ਆਉਂਦੇ ਨੇ। ਸਭ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।